ਯਿਸੂ ਮਸੀਹ ਦੇ ਜਲਾਲੀ ਤੇ ਬਾਬਰਕਤ ਨਾਂ ਦੇ ਵਿੱਚ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਸਲਾਮ। ਨਾਜ਼ਰੀਨ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡਾ ਇਹ ਪ੍ਰੋਗਰਾਮ ਸੁੱਚੇ ਮੋਤੀ ਸੁਣਦੇ ਹੋ। ਤੇ ਕ੍ਰਿਸਮਸ ਦਾ ਸੀਜ਼ਨ ਚੱਲ ਰਿਹਾ ਹੈ, ਹਰ ਤਰਫ ਗਹਿਮਾ ਗਹਿਮੀ ਹੈ। ਹਰ ਇੱਕ ਸ਼ਖਸ ਦੀ ਇਹ ਕੋਸ਼ਿਸ਼ ਹੈ ਕਿ ਮੈਂ ਅੱਛੇ ਤੋਂ ਅੱਛੇ ਆਪਣੇ ਲੀੜੇ ਲੈ ਲਾਂ, ਆਪਣੀ ਜੁੱਤੀ ਲੈ ਲਾਂ, ਆਪਣੇ ਘਰ ਵਾਸਤੇ ਸਜਾਵਟ ਕਰ ਲਾਂ। ਲੇਕਿਨ ਨਾਜ਼ਰੀਨ, ਕਦੀ ਅਸੀਂ ਸੋਚਿਆ ਹੈ ਕਿ ਸਾਡੀ ਜਿਹੜੀ ਰੂਹਾਨੀ ਤਿਆਰੀ ਹੈ, ਸਾਡੀ ਜਿਹੜੀ ਅੰਦਰੂਨੀ ਤਿਆਰੀ ਹੈ, ਉਹਦੇ ਵੱਲ ਅਸੀਂ ਕਿੰਨਾ ਕੁ ਖਿਆਲ ਕਰਨੇ ਆ। ਨਾਜ਼ਰੀਨ, ਅੱਜ ਸਾਡੇ ਨਾਲ ਖੁਦਾ ਦੇ ਖਾਦਮ ਜਿਨ੍ਹਾਂ ਦੀ ਬਹੁਤ ਵਸੀ ਖਿਦਮਤ ਹੈ, ਬੜੇ ਹੀ ਵਰਿਆਂ ਤੋਂ ਖਿਦਮਤ ਖੁਦਾ ਦੀ ਕਰਦੇ ਨੇ ਪਏ, ਜਿਨ੍ਹਾਂ ਦਾ ਤਾਲਕ ਅਸੈਂਬਲੀਜ਼ ਆਫ ਗਾਡ ਚਰਚ ਨਸੀਰਾਬਾਦ ਰਾਵਲਪਿੰਡੀ ਨਾਲ ਹੈ, ਜਿਨ੍ਹਾਂ ਦਾ ਨਾਮ ਪਾਦਰੀ ਸ਼ਬਾਜ਼ ਬੂਟਾ ਸਾਹਿਬ ਹੈ, ਅੱਜ ਸਾਡੇ ਨਾਲ ਮੌਜੂਦ ਨੇ। ਔਰ ਮੇਰਾ ਈਮਾਨ ਔਰ ਤਵੱਕਲ ਭਰੋਸਾ ਹੈ ਕਿ ਜਿਸ ਵੇਲੇ ਤੁਸੀਂ ਉਹਨਾਂ ਦੀ ਗੁਫ਼ਤਗੂ ਸੁਣੋਗੇ, ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਗਵਾਹੀਆਂ ਨੇ ਤੇ ਬਰਕਤਾਂ ਨੇ, ਉਹਨਾਂ ਦੇ ਬਾਰੇ 'ਚ ਜਾਣੋਗੇ ਤੇ ਯਕੀਨਨ ਤੁਸੀਂ ਬਰਕਤ ਪਾਓਗੇ। ਤੇ ਆਈਏ ਫਿਰ ਤੁਹਾਡੇ ਹੀ ਸ਼ਹਿਰ ਦੇ ਔਰ ਤੁਹਾਡੇ ਹੀ ਗਿਰਜੇ ਦੇ ਖਾਦਮ ਨਾਲ ਤੁਹਾਡੀ ਮੁਲਾਕਾਤ ਕਰਾਈਏ ਤੇ ਆਓ ਫਿਰ ਉਹਨਾਂ ਨਾਲ ਮਿਲੀਏ ਤੇ ਉਹਨਾਂ ਦੀਆਂ ਸੋਹਣੀਆਂ ਤੇ ਸੁੰਦਰ ਗੱਲਾਂ ਤੇ ਸੁੱਚੇ ਕਲਾਮ ਦੇ ਮੋਤੀ ਜਿਹੜੇ ਖੁਦਾ ਨੇ ਉਹਨਾਂ ਨੂੰ ਦਿੱਤੇ ਨੇ, ਉਹਨਾਂ ਦੇ ਵਸੀਲਾ ਨਾਲ ਰਸੀਵ ਕਰੀਏ। ਜੀ ਭਾਈ ਸਾਹਿਬ ਸਲਾਮ ਜੀ। ਜੀ ਸਲਾਮ ਜੀ। ਭਾਈ ਸਾਹਿਬ ਕੀ ਹਾਲ ਹੈ? ਹਾਂਜੀ ਠੀਕ, ਸ਼ੁਕਰ ਹੈ ਖੁਦਾ ਦਾ। ਠੀਕ ਜੇ, ਤੁਹਾਡੀ ਸਿਹਤ ਠੀਕ ਹੈ? ਬੜਾ ਖੁਦਾ ਦਾ ਫਜ਼ਲ ਹੈ, ਖੁਦਾ ਦੀ ਮਿਹਰਬਾਨੀ। ਭਾਈ ਸਾਹਿਬ ਖਿਦਮਤ ਕੈਸੀ ਜਾ ਰਹੀ ਹੈ? ਬਸ ਖੁਦਾ ਦੇ ਫਜ਼ਲ ਨਾਲ ਆਸਤਾ ਆਸਤਾ ਅੱਗੇ ਵਧ ਰਿਹਾ। ਹਾਲੇਲੂਇਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਸੁੱਚੇ ਮੋਤੀ ਦੇ ਵਿੱਚ ਤਸ਼ਰੀਫ ਲਿਆਏ। ਸ਼ੁਕਰੀਆ ਤੁਹਾਡੇ ਆਉਣ ਦਾ। ਤੁਸੀਂ ਮਤਲਬ ਮੈਨੂੰ ਵੀ ਮੌਕਾ ਦਿੱਤਾ ਕਿ ਮੈਂ ਵੀ ਸੁੱਚੇ ਮੋਤੀ ਦੇ ਵਿੱਚ ਮੈਂ ਵੀ ਸ਼ਾਮਲ ਹੋ ਸਕਾਂ। ਹਾਲੇਲੂਇਆ। ਭਾਈ ਸਾਹਿਬ, ਇਹ ਸਪੈਸ਼ਲ ਪ੍ਰੋਗਰਾਮ ਸਾਡਾ ਇਸ ਲਈ ਕੀਤਾ ਜਾਂਦਾ ਹੈ ਕਿ ਤਾਂ ਕਿ ਦੂਸਰੇ ਲੋਕੀ ਖਾਦਮਾਂ ਦੀ ਗਵਾਹੀਆਂ ਤੋਂ ਬਰਕਤ ਪਾਣ। ਤੇ ਸਾਡੀ ਜ਼ਿੰਦਗੀ ਦੇ ਵਿੱਚ, ਖਾਦਮਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਵਾਹੀਆਂ ਹੁੰਦੀਆਂ ਨੇ, ਬਰਕਤਾਂ ਹੁੰਦੀਆਂ ਨੇ, ਜਦੋਂ ਦੂਜੇ ਲੋਕੀ ਵੇਖਦੇ ਨੇ, ਸੁਣਦੇ ਨੇ ਤੇ ਬਰਕਤ ਪਾਉਂਦੇ ਨੇ। ਔਰ ਸਾਡੀ ਹੀ ਕਈ ਵਾਰੀ ਜ਼ਿੰਦਗੀ ਦੇ ਵਸੀਲਾ ਨਾਲ ਲੋਕੀ ਤੋਬਾ ਵੀ ਕਰ ਲੈਂਦੇ ਨੇ। ਤੇ ਮੈਂ ਖੁਦਾ ਦੀ ਸ਼ੁਕਰਗੁਜ਼ਾਰੀ ਕਰਨਾ ਕਿ ਖੁਦਾ ਨੇ ਤੁਹਾਨੂੰ ਵਸੀ ਖਿਦਮਤ ਦਿੱਤੀ ਹੈ। ਭਾਈ ਸਾਹਿਬ, ਨਸੀਰਾਬਾਦ ਦੇ ਵਿੱਚ ਕਿੰਨੇ ਅਰਸੇ ਤੋਂ ਖਿਦਮਤ ਕਰ ਰਹੇ ਹੋ? ਮੈਂ ਨਸੀਰਾਬਾਦ 'ਚ ਪਿਛਲੇ 20 ਸਾਲ ਤੋਂ ਖਿਦਮਤ ਕਰ ਰਿਹਾ ਔਰ ਸ਼ੁਕਰ ਹੈ ਖੁਦਾ ਦਾ ਕਿ ਖੁਦਾ ਨੇ ਇੱਥੇ ਬਰਕਤ ਦਿੱਤੀ ਔਰ ਤੌਫੀਕ ਦਿੱਤੀ ਕਿ ਖੁਦਾ ਦਾ ਕਲਾਮ ਜਿਹੜਾ ਉਹ ਲੋਕਾਂ ਤੱਕ ਪਹੁੰਚਾ ਸਕੇ। ਹਾਲੇਲੂਇਆ। ਭਾਈ ਸਾਹਿਬ, ਗੁਫ਼ਤਗੂ ਜਾਰੀ ਰਹੇਗੀ ਜੀ। ਲੇਕਿਨ ਸਭ ਤੋਂ ਪਹਿਲਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਯਿਸੂ ਅਲ ਮਸੀਹ ਨੇ ਕਿਸ ਤਰ੍ਹਾਂ ਕੰਮ ਕੀਤਾ? ਯਿਸੂ ਮਸੀਹ ਨੂੰ ਕਬੂਲ ਤੁਸੀਂ ਕਿਸ ਤਰ੍ਹਾਂ ਕੀਤਾ? ਮੈਂ ਤੋਬਾ ਕਰਨ ਤੋਂ ਪਹਿਲਾਂ ਹੀ ਮੇਰੀ ਜਿਹੜੀ ਸੀ ਤਵੱਜੋ ਖੁਦਾ ਵੱਲ ਹੈ ਸੀ ਔਰ ਚਰਚ ਵੀ ਜਾਂਦਾ ਸਾਂ, ਲੇਕਿਨ ਉਸ ਤਰ੍ਹਾਂ ਦਾ ਕੰਮ ਜਿਹੜਾ ਉਹ ਨਹੀਂ ਸੀ। ਸੋ ਬਕਾਇਦਾ ਜਿਹੜੀ ਮੈਂ ਤੋਬਾ ਕੀਤੀ ਉਹ 98 ਦੇ ਵਿੱਚ ਮੈਂ ਇੱਕ ਮੀਟਿੰਗ ਸੀ ਤੇ ਉਹ ਦੁਬਈ ਤੋਂ ਇੱਕ ਖਾਦਮ ਆਏ ਦੇ ਸਨ ਤੇ ਉਹਨਾਂ ਨੇ ਉੱਥੇ ਕਲਾਮ ਸੁਣਾਇਆ ਤੇ ਉੱਥੇ ਫਿਰ ਮੈਂ ਨਾ ਆਪਣੇ ਆਪ ਨੂੰ ਬਿਲਕੁਲ ਖੁਦਾ ਦੇ ਤਾਬੇ ਕਰ ਦਿੱਤਾ। ਮੈਂ ਕਿਹਾ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ 1998 ਵਿੱਚ ਤੁਸੀਂ ਯਿਸੂ ਮਸੀਹ ਨੂੰ ਆਪਣਾ ਨਜਾਤ ਦਹਿੰਦਾ ਕਬੂਲ ਕੀਤਾ। ਭਾਈ ਸਾਹਿਬ, ਕਲਾਮੇ ਮੁਕੱਦਸ ਦੀ ਕੋਈ ਆਇਤ ਤੁਹਾਨੂੰ ਯਾਦ ਹੈ ਜਿਹੜੀ ਆਇਤ ਤੁਸੀਂ ਉੱਥੇ ਕਲਾਮ ਦੇ ਵਿੱਚ ਸੁਣੀ? ਐਕਚੁਅਲ ਕਲਾਮ ਜਿਹੜਾ ਉਸ ਬੰਦੇ ਨੇ ਮੈਨੂੰ ਸੁਣਾਇਆ ਸੀ ਨਾ, ਉਹ ਕਲਾਮ ਮੈਂ ਆਪਣੇ ਦਿਲ ਦੇ ਵਿੱਚ ਰੱਖਿਆ ਕਿ ਅਸੀਂ ਸਭ ਕੁਝ ਕਰਨੇ ਆ, ਲੇਕਿਨ ਅਸੀਂ ਖੁਦਾ ਲਈ ਕੀ ਕਰਨੇ ਆ। ਤੇ ਮੈਂ ਫਿਰ ਆਖਿਆ ਕਿ ਮੇਰੀ ਜ਼ਿੰਦਗੀ ਜਿਹੜੀ ਹੈ ਅੱਜ ਤੋਂ ਬਾਅਦ ਖੁਦਾ ਲਈ ਹੈ ਔਰ ਜਿਸ ਤਰ੍ਹਾਂ ਖੁਦਾ ਮੈਨੂੰ ਆਪਣੇ ਜਲਾਲ ਲਈ ਇਸਤੇਮਾਲ ਕਰੇਗਾ ਮੈਂ ਕੰਮ ਕਰਾਂਗਾ। ਜਿਸ ਵੇਲੇ ਤੁਸੀਂ ਯਿਸੂ ਮਸੀਹ ਨੂੰ ਕਬੂਲ ਕੀਤਾ ਤੇ ਇਸ ਤੋਂ ਪਹਿਲਾਂ ਜ਼ਾਹਿਰੀ ਗੱਲ ਹੈ ਤੁਹਾਡੀ ਜਿਹੜੀ ਯਾਰੀ ਦੋਸਤੀ ਹੋਏਗੀ ਉਹ ਆਮ ਮੁੰਡਿਆਂ ਨਾਲ ਹੋਏਗੀ। ਜੀ ਬਿਲਕੁਲ। ਉਹਨਾਂ ਦਾ ਕੀ ਰਵੱਈਆ ਸੀ ਕਿ ਸਾਡਾ ਇੱਕ ਯਾਰ ਤੇ ਬਿਲਕੁਲ ਅਲੱਗ ਹੋ ਗਿਆ? ਐਕਚੁਅਲ ਜਦੋਂ ਮੈਂ ਤੋਬਾ ਕੀਤੀ ਤੇ ਉਹ ਵੀ ਮਤਲਬ ਐਡੇ ਨਹੀਂ ਸਨ। ਉਹ ਚਰਚ ਨਾਲ ਉਹਨਾਂ ਦਾ ਵੀ ਤਾਲੁਕ ਸੀ
ਤੇ ਉਹ ਕੁਝ ਜਿਹੜੇ ਮੇਰੇ ਦੋਸਤ ਸਨ ਉਹਨਾਂ ਨੇ ਮੇਰੇ ਤੋਂ ਪਹਿਲਾਂ ਹੀ ਤੋਬਾ ਕੀਤੀ ਦੀ ਸੀ ਤੇ ਕੁਝ ਜਿਹੜੇ ਹੈ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਇਹ ਹੁਣ ਨਾ ਇਹ ਭਾਈ ਬਣ ਗਿਆ ਤੇ ਇਹ ਹੁਣ ਮਤਲਬ ਨਾ ਸ਼ਾਇਦ ਸਾਡੇ ਨਾਲ ਉਸ ਤਰ੍ਹਾਂ ਮਿਲੇਗਾ ਗਿਲੇਗਾ ਨਹੀਂ। ਲੇਕਿਨ ਮੈਂ ਕਦੀ ਵੀ ਉਹਨਾਂ ਦੇ ਨਾਲ ਉਸ ਤਰ੍ਹਾਂ ਨਹੀਂ ਕੀਤਾ ਕਿ ਮੈਂ ਇਹਨਾਂ ਨੂੰ ਛੱਡ ਦਿਆਂ ਜਾਂ ਮਤਲਬ ਇਹਨਾਂ ਨੇ ਹੁਣ ਮੈਂ ਅਲੱਗ ਹੋ ਗਿਆ ਤੇ ਇਹ ਅਲੱਗ ਹੋ ਗਏ ਨੇ ਤੇ ਇਸ ਤਰ੍ਹਾਂ ਨਹੀਂ ਕੀਤਾ। ਲੇਕਿਨ ਸ਼ੁਕਰ ਹੈ ਖੁਦਾ ਦਾ ਕਿ ਉਹ ਵੀ ਆਪਣੀ ਆਪਣੀ ਜਗ੍ਹਾ ਤੇ ਹੁਣ ਖੁਦਾ ਦੇ ਵਿੱਚ ਨੇ, ਹਾਂਜੀ, ਖਿਦਮਤ ਕਰ ਰਹੇ ਨੇ। ਹਾਂਜੀ, ਪਹਿਲੇ ਜਿਹੜੇ ਨੇ ਉਹ ਕਰ ਰਹੇ ਨੇ, ਕੁਝ ਜਿਹੜੇ ਨੇ ਉਹਨਾਂ ਨੇ ਨਹੀਂ ਕੀਤੀ। ਅੱਛਾ ਭਾਈ ਸਾਹਿਬ, ਪਾਸਬਾਨੀ ਖਿਦਮਤ ਦਾ ਤਜਰਬਾ ਕਿਸ ਤਰ੍ਹਾਂ ਹੋਇਆ? ਇਹ ਬੁਲਾਹਟ ਖੁਦਾ ਨੇ ਕਿਸ ਵੇਲੇ ਤੁਹਾਨੂੰ ਦਿੱਤੀ? ਐਕਚੁਅਲ ਮੈਂ I9 ਦੇ ਵਿੱਚ ਅਸੈਂਬਲੀਜ਼ ਆਫ ਗॉड ਚਰਚ ਨੂੰ ਮੈਂ ਜੁਆਇਨ ਕੀਤਾ। ਬਕਾਇਦਾ ਪਹਿਲਾਂ ਮੁxtਲਿਫ ਚਰਚਸ ਦੇ ਵਿੱਚ ਮੈਂ ਜਾਂਦਾ ਰਿਹਾ ਤੇ ਫਿਰ ਮੈਂ ਨਾ ਅਸੈਂਬਲੀਜ਼ ਆਫ ਗॉड ਚਰਚ ਨੂੰ ਜੁਆਇਨ ਕੀਤਾ। ਉਹਦੇ ਪਾਸਟਰ ਸੈਮਸਨ ਜੌਨ ਤੇ ਉਹਨਾਂ ਦੇ ਨਾਲ ਮਿਲ ਕੇ ਤੇ ਫਿਰ I9 ਦੇ ਵਿੱਚ ਮਤਲਬ ਨਾ ਬਹੁਤ ਜ਼ਿਆਦਾ ਖਿਦਮਤ ਕੀਤੀ। ਉੱਥੇ ਫਿਰ ਉਹਨਾਂ ਨੇ ਮੈਨੂੰ ਆਪਣਾ ਉੱਥੇ ਅਸਿਸਟੈਂਟ ਪਾਸਟਰ ਨਾ ਉੱਥੇ ਮੈਨੂੰ ਮਖਸੂਸ ਕੀਤਾ ਔਰ ਫਿਰ ਉੱਥੇ ਮਤਲਬ ਖਿਦਮਤ ਫਿਰ ਉਹਨਾਂ ਦੇ ਨਾਲ ਹਰ ਕੰਮ ਮੈਂ ਕੀਤਾ ਤੇ ਇਸ ਤਰ੍ਹਾਂ ਫਿਰ ਉਹ ਖਿਦਮਤ ਦੇ ਵਿੱਚ ਰਿਹਾ ਉਹਨਾਂ ਦੇ ਨਾਲ ਤੇ ਖਾਸਾ ਫਿਰ ਮਤਲਬ ਨਾ ਤਜਰਬਾ ਜਿਹੜਾ ਉਹ ਹੋ ਗਿਆ। ਤੇ ਕਿਆ ਤੁਹਾਨੂੰ ਬੁਲਾਹਟ ਆਪਣੀ ਮਹਿਸੂਸ ਹੋਈ ਕਿ ਖੁਦਾ ਮੈਨੂੰ ਪਾਸਬਾਨੀ ਖਿਦਮਤ ਵਾਸਤੇ ਬੁਲਾ ਰਿਹਾ? ਜੀ, ਮੈਂ ਜਦੋਂ ਮੈਨੂੰ ਉੱਥੇ ਉਹਨਾਂ ਨੇ ਅਸਿਸਟੈਂਟ ਪਾਸਟਰ ਕੀਤਾ ਤੇ ਉਸ ਤੋਂ ਬਾਅਦ ਫਿਰ ਦੁਆ ਕਰਦੇ ਰਹੇ ਔਰ ਫਿਰ ਸਾਡੀ ਇਹ ਖਾਹਿਸ਼ ਸੀ ਕਿ ਅਸੀਂ ਦੂਸਰੀਆਂ ਜਗ੍ਹਾ ਤੇ ਉੱਥੋਂ ਮਤਲਬ ਚਰਚ ਜਾ ਕੇ ਤੇ ਅੱਗੇ ਪਲਾਂਟ ਕਰੀਏ, ਮਤਲਬ ਅੱਗੇ ਜਾ ਕੇ ਤੇ ਹੋਰ ਜਗ੍ਹਾ ਤੇ ਨਵੇਂ ਚਰਚ ਜਿਹੜੇ ਨੇ ਉਹ ਲਾਈਏ। ਉੱਥੋਂ ਫਿਰ ਇੱਥੇ ਨਸੀਰਾਬਾਦ ਮੇਰੇ ਜ਼ਿਹਨ 'ਚ ਸੀ ਕਿ ਅਸੀਂ ਨਸੀਰਾਬਾਦ ਇੱਥੇ ਕੰਮ ਸ਼ੁਰੂ ਕਰੀਏ। ਇੱਥੇ ਸਾਡੇ ਅਜ਼ੀਜ਼ ਸਨ ਤੇ ਮੈਂ ਕਿਹਾ ਪਾਦਰੀ ਸਾਹਿਬ ਦੇ ਨਾਲ ਗੱਲ ਕੀਤੀ ਕਿ ਅਗਰ ਅਸੀਂ ਨਸੀਰਾਬਾਦ ਦੇ ਵਿੱਚ ਜਾ ਕੇ ਤੇ ਉੱਥੇ ਇਬਾਦਤ ਸ਼ੁਰੂ ਕਰੀਏ, ਕਿਉਂਕਿ ਉੱਥੇ ਇੱਥੇ ਨਸੀਰਾਬਾਦ ਦੇ ਵਿੱਚ ਉਦੋਂ ਕੋਈ ਏਡਾ ਪੈਂਟੀਕਾਸਟਲ ਕੋਈ ਕੰਮ ਨਹੀਂ ਸੀ। ਤੇ ਮੈਂ ਫਿਰ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਚਲੋ ਠੀਕ ਹੈ। ਇੱਥੇ ਫਿਰ ਅਸੀਂ ਸ਼ਾਮ ਦੀ ਇਬਾਦਤ ਜਿਹੜੀ ਇੱਥੇ ਨਸੀਰਾਬਾਦ ਜਿਹੜੀ ਹੈ ਨਾ ਉਹ ਸ਼ੁਰੂ ਕੀਤੀ ਫਿਰ। ਉਹ ਫਿਰ ਸ਼ਾਮ ਦੀ ਇਬਾਦਤ ਹੀ ਤਕਰੀਬਨ ਕੋਈ 3 ਸਾਲ ਅਸੀਂ ਸ਼ਾਮ ਦੀ ਇਬਾਦਤ ਇੱਥੇ ਜਿਹੜੀ ਹੈ ਨਾ ਉਹ ਕਰਦੇ ਰਹੇ। ਉਸ ਤੋਂ ਬਾਅਦ ਫਿਰ ਮੈਂ ਇੱਥੇ ਸ਼ਿਫਟ ਹੋ ਗਿਆ ਤੇ ਸ਼ਿਫਟ ਹੋਣ ਤੋਂ ਬਾਅਦ ਫਿਰ ਸਵੇਰ ਦੀ ਇਬਾਦਤ ਜਿਹੜੀ ਇੱਥੇ ਪ੍ਰੋਪਰ ਤਰੀਕੇ ਨਾਲ। ਹਾਲੇਲੂਇਆ। ਭਾਈ ਸਾਹਿਬ, ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜੀ ਜ਼ਿੰਮੇਵਾਰੀ ਪਾਸਬਾਨੀ ਜ਼ਿੰਮੇਵਾਰੀ ਹੈ ਇਹ ਆਸਾਨ ਹੈ ਕਿ ਮੁਸ਼ਕਿਲ ਹੈ? ਦੇਖੋ, ਜਿੰਨੇ ਤੇ ਕੁਝ ਨਹੀਂ ਕਰਨਾ ਉਹਦੇ ਲਈ ਤੇ ਬਹੁਤ ਆਸਾਨ ਹੈ ਤੇ ਜਿੰਨੇ ਸਮਝਣਾ ਹੈ ਕਿ ਇਹ ਮੈਨੂੰ ਖੁਦਾ ਨੇ ਖਿਦਮਤ ਦਿੱਤੀ ਔਰ ਮੈਂ ਇਹਨੂੰ ਕਰਨਾ ਤੇ ਉਹਦੇ ਲਈ ਫਿਰ ਮਿਹਨਤ ਕਰਨੀ ਪੈਂਦੀ ਹੈ। ਔਰ ਇਹ ਤੁਹਾਨੂੰ ਇਹ ਕੰਮ ਜਿਹੜੀ ਇਹ ਖਿਦਮਤ ਹੈ ਇਹ ਤੁਸੀਂ ਮਤਲਬ 24 ਘੰਟਿਆਂ ਦੇ ਲਈ ਤੁਸੀਂ ਮਤਲਬ ਨਾ ਆਪਣੇ ਆਪ ਨੂੰ ਤਿਆਰ ਰੱਖਣਾ। ਬਿਲਕੁਲ, ਤੁਹਾਡੀ ਕਮਿਟਮੈਂਟ ਜਿਹੜੀ ਖੁਦਾ ਨਾਲ 24 ਘੰਟੇ ਦੀ ਹੈ। 24 ਘੰਟਿਆਂ ਦੀ, ਕਿਸੇ ਵੇਲੇ ਵੀ ਤੁਹਾਨੂੰ ਕਿਸੇ ਵਕਤ ਬੁਲਾਵਾ ਆ ਸਕਦਾ, ਦਿਨੇ ਦੁਪਹਿਰੀ ਰਾਤੀ ਕਿਸੇ ਵਕਤ ਵੀ ਤੁਹਾਨੂੰ ਮਤਲਬ ਨਾ ਖੁਦਾ ਦਾ ਕੰਮ ਕਰਨਾ ਪੈ ਜਾਂਦਾ ਹੈ। ਭਾਈ ਸਾਹਿਬ, ਮੈਂ ਸਮਝਣਾ ਕਿ ਖੁਦਾ ਨੇ ਤੁਹਾਨੂੰ ਬਹੁਤ ਬਰਕਤ ਦਿੱਤੀ ਹੈ। ਆਪਣੀ ਜ਼ਿੰਦਗੀ ਦੀ ਕੋਈ ਖਾਸ ਗਵਾਹੀ ਦੱਸੋ ਕਿ ਖੁਦਾ ਨੇ ਵਾਕਈ ਖਿਦਮਤ ਵਿੱਚ ਆਉਣ ਵਾਸਤੇ ਮੈਨੂੰ ਇਹ ਬਰਕਤ ਦਿੱਤੀ। ਜਦੋਂ ਮੈਂ ਆਇਆ ਮੈਂ ਇੱਥੇ ਤੇ ਉਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ। ਨਾ ਕੋਈ ਸਾਈਕਲ ਸੀ, ਨਾ ਕੋਈ ਮੋਟਰਸਾਈਕਲ ਸੀ। ਅੱਜ ਤੋਂ 20 ਸਾਲ ਪਹਿਲਾਂ ਤੇ ਉਦੋਂ ਕੋਈ ਏਡਾ ਨਹੀਂ ਸੀ। ਤੇ ਮੈਂ ਇੱਕ ਜੌਬ ਕਰਦਾ ਸਾਂ ਤੇ ਜਦੋਂ ਮੈਂ ਖੁਦਾ ਦੇ ਨਾਲ ਇੱਥੇ ਚੱਲਣਾ ਸ਼ੁਰੂ ਕੀਤਾ, ਖਿਦਮਤ ਦਾ ਕੰਮ ਸ਼ੁਰੂ ਕੀਤਾ ਤੇ ਮੇਰੇ ਮਾਂ-ਬਾਪ ਨੇ ਵੀ ਇਹ ਕਿਹਾ ਕਿ ਸ਼ਾਇਦ ਇਹ ਜਾਏਗਾ ਤੇ ਇਹ ਨਾ ਉੱਥੇ ਕੁਝ ਨਹੀਂ ਕਰ ਸਕੇਗਾ। ਕਿਸ ਤਰ੍ਹਾਂ ਕੰਮ, ਘਰ ਦੇ ਖਰਚੇ, ਬੱਚਿਆਂ ਦੀਆਂ ਫੀਸਾਂ ਕਿਸ ਤਰ੍ਹਾਂ ਕਰੇਗਾ? ਤੇ ਮੁਸ਼ਕਲ ਤੇ ਹੈ ਸੀ ਸ਼ੁਰੂ ਦੇ ਵਿੱਚ ਤੇ ਨਹੀਂ ਸਾਰਾ ਕੰਮ ਮਤਲਬ ਨਾ ਇੱਕਦਮ ਜੇ ਬਹੁਤ ਵੱਡੀ ਕਲੀਸਿਆ ਬਣ ਗਈ ਤੇ ਇਹ ਉਹ ਤੇ ਸ਼ੁਰੂ ਦੇ ਵਿੱਚ ਬੜੇ ਮਸਾਇਲ ਸਨ। ਤੇ ਲੇਕਿਨ ਮੈਂ ਬੜੀ ਤਾਬੇਦਾਰੀ, ਜਿਸ ਤਰ੍ਹਾਂ ਪਤਰਸ ਦੇ ਖੱਤ ਦੇ ਵਿੱਚ ਲਿਖਿਆ ਕਿ ਖੁਦਾ ਦੇ ਕਵੀ ਹੱਥ ਦੇ ਥੱਲੇ ਫਰੋਤਨੀ ਨਾਲ ਰਹੋ ਤੇ ਤੁਹਾਨੂੰ ਵਕਤ ਨਾਲ ਸਰ ਬੁਲੰਦ ਕਰੇਗਾ। ਮੈਂ ਖੁਦਾ ਦੇ ਨਾਲ ਬੜੀ ਤਾਬੇਦਾਰੀ ਨਾਲ ਚੱਲਦਾ ਰਿਹਾ ਔਰ ਆਹਿਸਤਾ ਖੁਦਾ ਨੇ ਫਿਰ ਮੈਨੂੰ ਇੱਥੇ ਹੀ ਬਰਕਤ ਦੇਣਾ ਸ਼ੁਰੂ ਕਰ। ਹਾਲੇਲੂਇਆ। ਨਾਜ਼ਰੀਨ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਕਿ ਜਦੋਂ ਅਸੀਂ ਖੁਦਾ ਨਾਲ ਸਿੰਸੀਅਰ ਹੋ ਕੇ ਚੱਲਨੇ ਆ,
ਪੂਰੀ ਵਫਾਦਾਰੀ ਤੇ ਫਰੋਤਨੀ ਨਾਲ ਚੱਲਨੇ ਆ ਤੇ ਵਾਕਈ ਜਿਸ ਤਰ੍ਹਾਂ ਪਤਰਸ ਦੇ ਖਤ ਵਿੱਚ ਲਿਖਿਆ ਹੈ, ਖੁਦਾ ਦੇ ਖਾਦਮ ਨੇ ਫਰਮਾਇਆ ਹੈ ਕਿ ਖੁਦਾ ਸਾਨੂੰ ਵਕਤ ਨਾਲ ਸਰ ਬੁਲੰਦ ਕਰਦਾ ਹੈ, ਬਰਕਤ ਦਿੰਦਾ ਹੈ। ਬਹੁਤ ਸਾਰੇ ਲੋਕ ਸ਼ਾਇਦ ਉਹ ਇਹ ਸੋਚਦੇ ਨੇ ਕਿ ਖਾਦਮਾਂ ਨੂੰ ਖੁਦਾ ਇਸ ਲਈ ਦਿੰਦਾ ਹੈ ਕਿਉਂਕਿ ਉਹ ਖਿਦਮਤ ਕਰਦੇ ਨੇ। ਇਹ ਹਕੀਕਤ ਜੇ ਅਸੀਂ ਜਦੋਂ ਖੁਦਾ ਦੀ ਖਿਦਮਤ ਵਫਾਦਾਰੀ ਨੇ ਕਰੀਏ ਤੇ ਖੁਦਾ ਸਾਨੂੰ ਦੇਣ ਦੀ ਕੁਦਰਤ ਰੱਖਦਾ ਹੈ। ਪਰ ਸਭ ਸ਼ਾਦੀ ਕਿਹੜੀ ਸੰਨ 'ਚ ਹੋਈ ਤੁਹਾਡੀ? ਸ਼ਾਦੀ ਮੇਰੀ ਹੋਈ ਸੀ 94 ਦੇ ਵਿੱਚ। 94 ਵਿੱਚ। ਹਾਂਜੀ। ਤੇ ਕਿੰਨੇ ਬੱਚੇ ਤੇ ਬੱਚੀਆਂ ਨੇ? ਮੇਰੇ 3 ਬੇਟੇ ਨੇ, 1 ਬੇਟੀ ਹੈ। 4 ਬੱਚੇ ਨੇ ਹਾਂਜੀ, ਤੁਹਾਡੇ? 4 ਬੱਚੇ ਨੇ ਮੇਰੇ। ਤੇ ਸਾਡੀ ਬੇਟਾ ਜਿਹੜਾ ਉਹਦੀ ਸ਼ਾਦੀ ਹੋ ਗਈ, ਉਹ ਮੇਰਾ ਪੋਤਾ ਵੀ ਹੈ। ਹਾਲੇਲੂਇਆ। ਪਰ ਸਭ ਭੈਣ ਸਾਡੀ ਜਿਹੜੀ ਹਾਂਜੀ। ਖੁਦਾ ਦੇ ਖਾਦਮਾ, ਉਹ ਵੀ ਖਿਦਮਤ 'ਚ ਹਿੱਸਾ ਲੈਂਦੇ ਨੇ? ਇਹਦੇ ਲਈ ਮੈਂ ਬੜਾ ਖੁਦਾ ਦੀ ਸ਼ੁਕਰਗੁਜ਼ਾਰੀ ਕਰਨਾ ਕਿ ਜਦੋਂ ਅਸੀਂ I9 ਦੇ ਵਿੱਚ ਸਾਂ ਤੇ ਉੱਥੇ ਵੀ ਸ਼ਬਾਨਾ, ਮੇਰੀ ਮਿਸਿਸ ਦਾ ਨਾਂ ਸ਼ਬਾਨਾ ਹੈ, ਔਰ ਉੱਥੇ ਵੀ ਭੈਣਾਂ ਦੀ ਮੀਟਿੰਗ ਜਿਹੜੀ ਸੀ ਨਾ ਉਹਦੇ ਵਿੱਚ ਬੜੀ ਐਕਟਿਵ ਸੀ। ਫਿਰ ਜਦੋਂ ਅਸੀਂ ਇੱਥੇ ਸ਼ਿਫਟ ਹੋਏ ਤੇ ਇੱਥੇ ਵੀ ਉਹਨਾਂ ਨੇ ਭੈਣਾਂ ਦੀ ਇਬਾਦਤ ਜਿਹੜੀ ਨਾ ਇੱਥੇ ਸ਼ੁਰੂ ਕੀਤੀ। ਹਾਲੇਲੂਇਆ। ਔਰ ਸਾਡੇ ਚਰਚ ਦੇ ਵਿੱਚ ਅਗਰ ਕੋਈ ਮਿਨਿਸਟਰੀ ਨੇ ਚਰਚ ਨੂੰ ਸਪੋਰਟ ਕੀਤਾ ਹੈ ਤੇ ਉਹ ਭੈਣਾਂ ਦੀ ਮੀਟਿੰਗ ਹੈ ਜਿਹੜੀ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਬੁੱਧ ਮਤਲਬ ਉਹ ਇਬਾਦਤ ਵੀ ਕਰਦੇ ਨੇ। ਔਰ ਜਿੰਨਾ ਵੀ ਮਤਲਬ ਸਾਲ ਦੇ ਐਂਡ ਦੇ ਵਿੱਚ ਉਹਨਾਂ ਨੇ ਲੱਖ ਰੁਪਈਆ ਵੀ ਸਾਨੂੰ ਇਕੱਠਾ ਕਰਕੇ ਤੇ ਮਤਲਬ ਨਾ ਦਿੱਤਾ ਹੈ। ਹਾਲੇਲੂਇਆ। ਸਾਡੇ ਹਾਲੇਲੂਇਆ। ਨਾਜ਼ਰੀਨ, ਇੱਥੇ ਵੀ ਇੱਕ ਬੜੀ ਸਿੱਖਣ ਵਾਲੀ ਗੱਲ ਹੈ ਕਿ ਖਾਦਮਾਂ ਦੀਆਂ ਜਿਹੜੀਆਂ ਬੀਵੀਆਂ ਨੇ ਉਹਨਾਂ ਨੂੰ ਖੁਦਾ ਦੇ ਨਾਲ ਵਫਾਦਾਰ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਉਹ ਸਾਡੇ ਨਾਲ ਮੁਤਫਿਕ ਹੁੰਦੀਆਂ ਨੇ ਤਾਂ ਸਾਡੀ ਖਿਦਮਤ ਮੌਸਰ ਹੋ ਸਕਦੀ ਹੈ ਔਰ ਉਹਦੇ ਨਾਲ ਬਹੁਤ ਸਾਰੇ ਲੋਕ ਬਰਕਤ ਪਾ ਸਕਦੇ ਨੇ। ਭਾਈ ਸਾਹਿਬ, ਜਦੋਂ ਤੁਸੀਂ ਜਵਾਨ ਸੋ, ਮੁੰਡੇ ਖੁੰਡੇ ਸੋ, ਤੇ ਖੇਡ ਕਿਹੜੀ ਪਸੰਦ ਕਰਦੇ ਸੋ? ਉਦੋਂ ਕ੍ਰਿਕਟ ਹੀ ਸੀ। ਕ੍ਰਿਕਟ ਹੀ ਖੇਲਦੇ ਸਾਂ ਤੇ ਬਸ ਉਹੀ ਸੀ, ਹੋਰ ਕੋਈ ਬੋਲਿੰਗ ਕਰਦੇ ਸੋ ਜਾਂ ਬੈਟਿੰਗ ਕਰਦੇ ਸੋ? ਮੈਂ ਬੋਲਿੰਗ ਵੀ ਕਰ ਲੈਂਦਾ ਸਾਂ ਤੇ ਬੈਟਿੰਗ ਵੀ ਮਾੜੀ ਮੋਟੀ ਕਰ ਲੈਂਦਾ ਸਾਂ। ਭਾਈ ਸਾਹਿਬ, ਖੁਰਾਕ ਦੇ ਵਿੱਚ ਕੀ ਪਸੰਦ ਕਰਦੇ ਹੋ? ਖਾਣਾ ਪੀਣਾ ਕੀ ਪਸੰਦ ਕਰਦੇ ਹੋ? ਜਦੋਂ ਦੀ ਤੋਬਾ ਕੀਤੀ ਹੈ ਤੇ ਖਿਦਮਤ 'ਚ ਆ ਗਏ ਆ ਤੇ ਉਹ ਜਿੱਥੇ ਜਿਸ ਘਰ ਦੇ ਵਿੱਚ ਜੋ ਮਤਲਬ ਪਹਿਲਾਂ ਮੈਂ ਨਹੀਂ ਸਾਂ ਖਾਂਦਾ, ਉਹ ਹੁਣ ਮੈਂ ਸਭ ਕੁਝ ਮਤਲਬ ਕੋਈ ਵੀ ਹੈ ਐਸੀਆਂ ਸਬਜ਼ੀਆਂ ਮਤਲਬ ਨਾ ਹੋ ਗਿਆ ਟਿੰਡੇ ਕਲੀਸਿਆ ਨਾਲ ਮੁਹੱਬਤ ਦਾ ਇਜ਼ਹਾਰ ਕਰਨਾ, ਸਭ ਕੁਝ ਹੁਣ ਮਤਲਬ ਨਾ ਹਾਲੇਲੂਇਆ ਹੁਣ ਖਾ ਲੈ। ਕਦੀ ਸਾਡੀ ਭੈਣ ਨਾਰਾਜ਼ ਨਹੀਂ ਹੋਈ ਕਿ ਤੁਸੀਂ ਕਲੀਸਿਆ ਚੋਂ ਖਾਇਓ ਤੇ ਘਰ ਹੁਣ ਮੈਂ ਘਰ ਵੀ ਖਾ ਲੈਂਦਾ। ਹਾਲੇਲੂਇਆ ਜੀ, ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰਨੇ। ਭਾਈ ਸਾਹਿਬ, ਤੁਹਾਡੀ ਜ਼ਿੰਦਗੀ 'ਚ ਬਹੁਤ ਖੂਬਸੂਰਤ ਗਵਾਹੀਆਂ ਨੇ ਔਰ ਖੁਦਾ ਨੇ ਤੁਹਾਨੂੰ ਬਹੁਤ ਬਰਕਤ ਦਿੱਤੀ ਹੈ। ਮੈਂ ਸਮਝਣਾ ਔਲਾਦ ਜੈਸੀ ਬਰਕਤ, ਪੋਤੇ ਪੋਤੀਆਂ ਜੈਸੀ ਬਰਕਤ ਇਹ ਖੁਦਾ ਨਾਲ ਵਫਾਦਾਰੀ ਨਾਲ ਸਾਨੂੰ ਮਿਲਦੀ ਹੈ। ਕਲੀਸਿਆ ਦੇ ਵਿੱਚ ਤੁਸੀਂ ਕੋਈ ਖਾਸ ਗਵਾਹੀ ਬਿਆਨ ਕਰੋ ਜਿਹੜੀ ਕਲੀਸਿਆ ਦੇ ਵਿੱਚ ਤੁਹਾਨੂੰ ਮਿਲੀ ਹੋਵੇ ਕਿ ਇਹ ਗਵਾਹੀ ਵਾਕਈ ਮੇਰੀ ਜ਼ਿੰਦਗੀ ਵਿੱਚ ਬੜੀ ਅਹਿਮ ਗਵਾਹੀ ਰੱਖਦੀ ਹੈ ਕਿ ਜਿਹੜੀ ਮੇਰੀ ਕਲੀਸਿਆਈ ਤਾਲਕ ਦੇ ਨਾਲ ਹੈ। ਦੇਖੋ, ਗੱਲ ਇਹ ਵੇ ਕਿ ਕਲੀਸਿਆ ਦੇ ਅਗਰ ਕਲੀਸਿਆ ਨੂੰ ਤੁਸੀਂ ਆਪਣੇ ਸਮਝਦੇ ਹੋ ਨਾ, ਮੈਂ ਆਪਣੇ ਭੈਣ ਭਰਾਵਾਂ ਨਾਲੋਂ ਜ਼ਿਆਦਾ ਤਰਜੀਹ ਕਲੀਸਿਆ ਦੇ ਲੋਕਾਂ ਨੂੰ ਦਿੱਤੀ। ਹਾਲੇਲੂਇਆ। ਮੈਂ ਮਤਲਬ ਆਪਣੇ ਭੈਣ ਭਰਾਵਾਂ ਦੇ ਨਾਲ ਉਸ ਤਰ੍ਹਾਂ ਉਹਨਾਂ ਦੇ ਕੰਮਾਂ ਦੇ ਵਿੱਚ ਸ਼ਰੀਕ ਨਹੀਂ ਹੋਇਆ ਜਿਹੜੇ ਮੈਂ ਕਲੀਸਿਆ ਦੇ ਲੋਕਾਂ ਦੇ ਕੰਮਾਂ ਦੇ ਵਿੱਚ ਸ਼ਰੀਕ ਹੋਇਆ। ਔਰ ਉਹਦਾ ਮੈਨੂੰ ਇਹ ਨਤੀਜਾ ਨਿਕਲਿਆ ਕਿ ਕਲੀਸਿਆ ਦੇ ਲੋਕਾਂ ਨਾਲ ਨੇ ਵੀ ਅੱਜ ਦਿਨ ਤੱਕ ਮੇਰੇ ਨਾਲ ਉਸੇ ਤਰ੍ਹਾਂ ਹੀ ਮੁਹੱਬਤ ਜਿਹੜੀ ਹੈ ਉਹ ਕਰ ਰਹੇ ਨੇ। ਹਾਲੇਲੂਇਆ। ਭਾਈ ਸਾਹਿਬ, ਮੈਂ ਸਮਝਣਾ ਕਿ ਇੱਕ ਵਫਾਦਾਰ ਖਾਦਮ ਔਰ ਵਫਾਦਾਰ ਕਲੀਸਿਆ ਜਦੋਂ ਹੋਵੇ ਤੇ ਫਿਰ ਖੁਦਾ ਦਾ ਕੰਮ ਤਰੱਕੀ ਕਰਦਾ ਹੈ। ਬਿਲਕੁਲ। ਔਰ ਖੁਦਾ ਨੇ ਤੁਹਾਨੂੰ ਵਾਕਈ ਨਸੀਰਾਬਾਦ ਦੇ ਵਿੱਚ, ਨਾਜ਼ਰੀਨ, ਗੋ ਕਿ ਮੈਂ ਬਜ਼ਾਤੇ ਖੁਦ ਨਸੀਰਾਬਾਦ ਦੇ ਵਿੱਚ ਖਿਦਮਤ ਕਰਨਾ, ਲੇਕਿਨ ਮੋਸਟ ਸੀਨੀਅਰ ਖੁਦਾ ਦੇ ਖਾਦਮ ਪਾਦਰੀ ਸ਼ਬਾਜ਼ ਬੂਟਾ ਸਾਹਿਬ, ਜਿਨ੍ਹਾਂ ਨੇ ਵਾਕਈ ਖੁਦਾ ਦੀ ਖਿਦਮਤ ਬੜੀ ਵਫਾਦਾਰੀ ਨਾਲ ਕੀਤੀ ਹੈ। ਬਹੁਤ ਸਾਰੀਆਂ ਰੂਹਾਂ ਇਹਨਾਂ ਦੇ ਵਸੀਲਾ ਨਾਲ ਬਚੀਆਂ ਨੇ। ਨਾਜ਼ਰੀਨ, ਇੱਥੇ ਇੱਕ ਵੇਲਾ ਹੋ ਗਿਆ ਛੋਟੇ ਜਿਹੇ ਵਕਫੇ ਦਾ। ਅਸੀਂ ਛੋਟੇ ਜਿਹੇ ਵਕਫੇ ਤੋਂ ਬਾਅਦ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਸਾਡੇ ਨਾਲ ਅਸੈਂਬਲੀਜ਼ ਆਫ ਗਾਡ ਚਰਚ ਨਸੀਰਾਬਾਦ ਕ੍ਰਿਸਚੀਅਨ ਕਾਲੋਨੀ ਦੇ ਪਾਦਰੀ ਸ਼ਬਾਜ਼ ਬੂਟਾ ਸਾਹਿਬ ਮੌਜੂਦ ਨੇ। ਉਹਨਾਂ ਦੀਆਂ ਖੂਬਸੂਰਤ ਗੱਲਾਂ ਅਸੀਂ ਸੁਣਨੇ ਪਏ ਹਾਂ। ਛੋਟੇ ਜਿਹੇ ਵਕਫੇ ਤੋਂ ਬਾਅਦ ਤੁਹਾਡੀ ਖਿਦਮਤ 'ਚ ਅਸੀਂ ਹਾਜ਼ਰ ਹੋਵਾਂਗੇ। ਜਾਣਾ ਕਿਤੇ ਨਹੀਂ,
ਪ੍ਰੋਗਰਾਮ ਵੇਂਦਿਆ ਰਹਿਣਾ ਸੁੱਚੇ ਮੋਤੀ। ਜੀ ਨਾਜ਼ਰੀਨ, ਵਕਫੇ ਤੇ ਜਾਣ ਤੋਂ ਪਹਿਲਾਂ ਅਸੀਂ ਖੁਦਾ ਦੇ ਖਾਦਮ ਪਾਦਰੀ ਸ਼ਬਾਜ਼ ਬੂਟਾ ਸਾਹਿਬ ਨਾਲ ਗੁਫ਼ਤਗੂ ਕਰ ਰਹੇ ਸਾਂ। ਉਹਨਾਂ ਦੀਆਂ ਖੂਬਸੂਰਤ ਤੇ ਸੋਹਣੀਆਂ ਗੱਲਾਂ ਸੁਣ ਕੇ ਬਰਕਤ ਮੈਨੂੰ ਵੀ ਮਿਲੀ ਹੈ ਔਰ ਯਕੀਨਨ ਨਾਜ਼ਰੀਨ ਤੁਹਾਨੂੰ ਵੀ ਮਿਲੀ ਹੋਏਗੀ। ਭਾਈ ਸਾਹਿਬ, ਕ੍ਰਿਸਮਸ ਦਾ ਸੀਜ਼ਨ ਚੱਲ ਰਿਹਾ ਜੀ। ਲੋਕੀ ਇਹਨੂੰ ਵੱਡਾ ਦਿਨ ਵੀ ਆਂਦੇ ਨੇ, ਹਾਂਜੀ, ਬੜੇ ਜੋਸ਼ੋ ਖਰੋਸ਼ ਨਾਲ ਮਨਾਉਂਦੇ ਨੇ। ਤੁਹਾਡੀ ਕਲੀਸਿਆ ਦੇ ਵਿੱਚ ਵੀ ਵਿਜ਼ਿਟ ਦੇ ਦੌਰਾਨ ਤੁਸੀਂ ਵੇਖਿਆ ਹੋਏਗਾ ਕਿ ਲੋਕ ਬੜੀ ਤਿਆਰੀ ਪੇ ਕਰਦੇ ਨੇ। ਕੋਈ ਚੂਨਾ ਪਿਆ ਕਰਦਾ ਹੈ, ਕੋਈ ਕੱਪੜੇ ਪਿਆ ਲੈਂਦਾ ਹੈ, ਕੋਈ ਜੁੱਤੀਆਂ ਪਿਆ ਲੈਂਦਾ ਹੈ, ਕੋਈ ਇੱਧਰ ਨੂੰ ਭੱਜਦਾ ਪਿਆ ਤੇ ਕੋਈ ਉੱਧਰ ਨੂੰ ਭੱਜਦਾ ਪਿਆ। ਤੁਹਾਡੇ ਮੁਤਾਬਕ ਹਕੀਕੀ ਕ੍ਰਿਸਮਸ ਦਾ ਮਤਲਬ ਕੀ ਹੈ? ਕ੍ਰਿਸਮਸ ਦਾ ਮਤਲਬ ਹੀ ਇਹ ਵੇ ਕਿ ਮਸੀਹ ਦੀ ਪ੍ਰਸਤਿਸ਼ ਕਰਨਾ। ਕ੍ਰਾਈਸਟ ਮਾਸ ਮਤਲਬ ਉਹਦਾ ਮਤਲਬ ਹੈ ਕਿ ਮਸੀਹ ਦੀ ਅਸੀਂ ਪ੍ਰਸਤਿਸ਼ ਕਰੀਏ, ਉਹਦੀ ਸਤਾਇਸ਼ ਕਰੀਏ। ਹਾਲੇਲੂਇਆ। ਤੇ ਜੇ ਅਸੀਂ ਆਪਣੇ ਕੰਮਾਂ ਦੇ ਵਿੱਚ ਲੱਗੇ ਰਹੀਏ ਤੇ ਉਹ ਜਿਹਦੇ ਲਈ ਅਸੀਂ ਸਭ ਕੁਝ ਕਰ ਰਹੇ ਹਾਂ ਉਹਨੂੰ ਅਸੀਂ ਕੁਝ ਨਾ ਕਰੀਏ ਤਾਂ ਸਾਡੇ ਸਭ ਕੁਝ ਕਰਨ ਦਾ ਕੀ ਫਾਇਦਾ? ਭੱਜ ਦੌੜ ਸਾਡੀ ਦਾ ਫਾਇਦਾ ਹੀ ਕੋਈ ਨਹੀਂ। ਹਾਂ, ਜਦ ਤੱਕ ਜਿਹਦੇ ਲਈ ਕਰ ਰਹੇ ਹਾਂ ਉਹਨੂੰ ਅਸੀਂ ਪੁੱਛੀਏ ਨਾ ਤੇ ਬਾਕੀ ਕੰਮ ਅਸੀਂ ਬਹੁਤ ਕਰਦੇ ਰਹੀਏ, ਉਹਦਾ ਕੋਈ ਫਾਇਦਾ। ਅੱਛਾ, ਮੈਂ ਵੇਖਿਆ ਹੈ ਕਿ ਇਹਨਾਂ ਦਿਨਾਂ ਵਿੱਚ ਚਰਚਾ 'ਚ ਕਾਫੀ ਪ੍ਰੋਗਰਾਮ ਹੁੰਦੇ ਨੇ ਭਾਈ ਸਾਹਿਬ, ਲੇਕਿਨ ਬਹੁਤ ਸਾਰੇ ਲੋਕ ਇਬਾਦਤ ਨੂੰ ਛੱਡ ਕੇ ਤੇ ਬਾਜ਼ਾਰਾਂ 'ਚ ਗਏ ਹੁੰਦੇ ਨੇ, ਅੱਗੇ ਪਿੱਛੇ ਰਿਸ਼ਤੇਦਾਰਾਂ 'ਚ ਗਏ ਹੁੰਦੇ ਨੇ। ਮਤਲਬ ਮੈਂ ਇੱਥੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਹ ਜ਼ਰੂਰੀ ਨਹੀਂ, ਇਹ ਵੀ ਕਰਨਾ ਚਾਹੀਦਾ ਹੈ, ਲੇਕਿਨ ਅਵਲੀਅਤ ਅਗਰ ਅਸੀਂ ਖੁਦਾ ਨੂੰ ਦਈਏ ਤੇ ਯਕੀਨਨ ਸਾਨੂੰ ਬਰਕਤ ਮਿਲ ਸਕਦੀ ਹੈ। ਅੱਛਾ ਭਾਈ ਸਾਹਿਬ, ਤੁਹਾਡੇ ਮੁਤਾਬਕ ਕ੍ਰਿਸਮਸ ਦੀ ਮਸੀਹਤ ਵਿੱਚ ਅਹਿਮੀਅਤ ਕੀ ਹੈ? ਦੇਖੋ, ਕ੍ਰਿਸਮਸ ਦੀ ਅਹਿਮੀਅਤ ਤੇ ਇਹ ਵੇ ਕਿ ਸਾਡੇ ਕੋਲ ਨਜਾਤ ਹੋਵੇ, ਜਿਹਦੇ ਲਈ ਉਹ ਇਸ ਦੁਨੀਆ ਦੇ ਵਿੱਚ ਆਇਆ। کہ انہوں نے کیا کہ اس کا نام یسوع رکھنا کیونکہ وہ اپنے لوگوں کو ان کے گناہوں سے نجات دے گا۔ تو یہ مطلب ہے کہ جے اسی نجات ہی نہیں پاندے تو پھر ساڈے لیے کرسمس دی کی اہمیت ہے؟ کرسمس دی اہمیت ادوں میں یا ادوں کرسمس ساڈے لیے اہم ہے جدوں اسی انہوں اپنی زندگیاں دے وچ بھی لئیے۔ اور جس طرح میں سمجھنا کہ ان جیسی بے شک یسوع مسیح نے کہا جتے 2-3 میرے نام تے جمع ہون گے میں اتنے موجود ہوواں گا، وہ ساڈے درمیان آ بھی جاوے تے لیکن اسی نجات تے نہیں پاواں گے۔ جس طرح زکئی دے گھر یسوع مسیح چلا گیا سی تو دے جان نال نجات نہیں سی پائی جب تک انہیں اے نہیں سی کیا کہ میں اپنا ادھا مال غریباں نو دینا، اپنے گناہ دا اقرار اپنا اقرار نہیں کیتا۔ انہیں کیا میں اپنا ادھا مال غریباں نو دینا اور اگر کسی دا نہ حق لے لیا تو انہوں 4 گنا واپس کرنا، ہونی دینا، ہونی۔ تو پھر یسوع مسیح نے کہا آج اس گھر میں نجات آئی، یعنی وہ نجات ادوں ساڈے اندر جدوں اسی اپنی غلطیاں خطاواں دا گناہاں دا جڑے ساڈے کول ہو جاندے نے اقرار کرنے آ تے یسوع نو قبول کرنے آ، پھر ساڈے لیے کرسمس دی اہمیت ساڈی زندگی کیونکہ یسوع مسیح نے پھر اگے کیا نا کہ وہ تے آیا ہی اس لیے کیونکہ ابن آدم کھوئے ہوئے کو ڈھونڈنے اور نجات۔ ہاللیلویا ہاللیلویا۔ بڑا خوبصورت ناظرین خدا دے خادم نے جواب دیتا ہے کہ اگر ساڈی زندگی دے وچ او نجات دہندا ہی نہیں ہے تے پھر اس کرسمس دی ساڈی زندگی چ کوئی اہمیت نہیں ہے۔ اہمیت ادوں ہوئے گی جدوں تہاڈی زندگی چ یسوع ہوئے گا۔ بھائی صاحب، ایماندار تے غیر ایماندار نو جڑے کہ اج کل غیر ایماندار نے وہ کرسمس کس طرح منا رہے ہیں تہانوں پتہ ہے، کس طرح منانا چاہیے انہاں نوں؟ کنہاں نوں؟ جڑے غیر ایماندار نے۔ دیکھو غیر ایمانداراں نوں تے کرسمس انہاں دا دیکھو لکھیا ہے کہ پرستش کرنا جڑا ہے وہ راست بازاں نوں زیب ہے۔ تے اے دا مطلب ہے کہ جڑے گنہگار نے تے وہ دی پرستش نہیں کر سکدے تے انہاں دی جڑی ایویں مطلب نس پنج انہاں دا پیسہ خرچ کرنا وہ کس کام دا، جبکہ انہاں دی پرستش کرنا او دے حضور مقبول ہی نہیں ٹھہری جائے۔ وہ لکھیا کہ اپنے لوکاں دی پرستش تے تخت نشین ہوندا ہے جڑے او دے لوگ نے۔ تے اسی جے اگر او دے نہیں بندے تے ساڈے کپڑے پانا تے کھانے بنانا تے سب کچھ کرنا او دا کوئی فائدہ ہی نہیں۔ اچھا بھائی صاحب، غیر ایمانداراں چ ایک ہور گروہ بھی شامل ہے کہ جیڑا اپنا بہت سارا پیسہ نشے دے وچ لگاندے نے، نشاور چیزاں لیندے نے، مے نوشی کردے نے۔ تساں سنیا ہونا کہ 2-4 سال پہلاں کسی علاقے دے وچ 40 لوگ مر گئے۔ ہاں جی، نشہ کر کے مر گئے۔
ਕਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕ੍ਰਿਸਮਸ ਇਹ ਪੈਗਾਮ ਲੈ ਕੇ ਆਇਆ ਜੀ? ਦੇਖੋ ਅਸਾਂ ਨਾ ਕ੍ਰਿਸਮਸ ਨੂੰ ਇਹ ਸਮਝ ਲਿਆ ਹੈ ਕਿ ਕ੍ਰਿਸਮਸ ਜਿਹੜਾ ਨਾ ਇਹ ਸਾਡੇ ਲਈ ਖੁਸ਼ੀ ਦਾ ਤਿਉਹਾਰ ਹੈ। ਠੀਕ ਹੈ, ਖੁਸ਼ੀ ਦਾ ਤਿਉਹਾਰ ਹੈ, ਦਿਨ ਸਾਡੇ ਲਈ ਖੁਸ਼ੀ ਦਾ ਦਿਨ ਹੈ, ਲੇਕਿਨ ਉਹ ਖੁਸ਼ੀ ਇਹ ਨਹੀਂ ਹੈ ਕਿ ਅਸੀਂ ਉਹ ਕੰਮ ਕਰੀਏ ਜਿਹਦੇ ਤੋਂ ਉਹਨੇ ਮਨਾ ਕੀਤਾ। ਤੇ ਬਾਈਬਲ ਇਹ ਕਹਿੰਦੀ ਹੈ ਕਿ ਸ਼ਰਾਬੀ ਖੁਦਾ ਦੀ ਬਾਦਸ਼ਾਹੀ 'ਚ ਜਾ ਹੀ ਨਹੀਂ ਸਕਦੇ, ਤੇ ਉਹ ਸਾਡੀ ਖੁਸ਼ੀ ਕਿਸ ਤਰ੍ਹਾਂ ਅਸੀਂ ਉਹਨੂੰ ਮਤਲਬ ਨਾਲ ਸੈਲੀਬ੍ਰੇਟ ਕਰਨੇ ਕਿ ਉਲਟੇ ਅਸੀਂ ਮਤਲਬ ਗੁਨੇਗਾਰ ਹਾਂ ਔਰ ਅਸੀਂ ਉਹ ਕੰਮ ਕਰ ਰਹੇ ਜਿਹਦੇ ਬਾਅਦ ਯਿਸੂ ਮਸੀਹ ਨੇ ਵੀ ਕਿਹਾ, ਔਰ ਪੌਲੁਸ ਰਸੂਲ ਨੇ ਵੀ ਕਰੰਥੀਆਂ ਦੇ ਖੱਤ ਦੇ ਵਿੱਚ ਲਿਖਿਆ ਕਿ ਵੀ ਸ਼ਰਾਬੀ ਤੇ ਜਾ ਹੀ ਨਹੀਂ ਸਕਦੇ, ਤੇ ਉਹਨਾਂ ਦਾ ਕੀ ਫਾਇਦਾ। ਮੈਂ ਸਮਝਣਾ ਕਿ ਅਗਰ ਸਾਡੀ ਜ਼ਿੰਦਗੀ ਜਿਸ ਤਰ੍ਹਾਂ ਪਹਿਲਾਂ ਤੁਸੀਂ ਫਰਮਾਇਆ ਕਿ ਸਾਡੀ ਜ਼ਿੰਦਗੀ 'ਚ ਅਗਰ ਯਿਸੂ ਨਹੀਂ ਹੈ ਤੇ ਅਸੀਂ ਜੋ ਕੁਝ ਵੀ ਕਰ ਲਈਏ, ਜਿੰਨਾ ਪੈਸਾ ਵੀ ਗਲਤ ਕੰਮਾਂ ਦੇ ਵਿੱਚ ਰੋੜ ਦਈਏ, ਉਹ ਫਜ਼ੂਲ ਹੈ। ਹਕੀਕੀ ਕ੍ਰਿਸਮਸ ਤੇ ਵੱਡਾ ਦਿਨ ਸਾਡਾ ਉਦੋਂ ਬਣਦਾ ਹੈ ਜਦੋਂ ਸਾਡੀ ਜ਼ਿੰਦਗੀ 'ਚ ਉਹ ਵੱਡਾ ਨਜਾਤ ਦਹਿੰਦਾ। ਵੇਖੋ ਮੂਸਾ ਵੀ ਦਰਮਿਆਨੀ ਸੀ ਖੁਦਾ ਦਾ, ਉਹ ਵੀ ਗੱਲ ਖੁਦਾ ਦੀ ਸੁਣ ਕੇ ਤੇ ਲੋਕਾਂ ਨੂੰ ਪੇਸ਼ ਕਰਦਾ ਸੀ, ਲੇਕਿਨ ਉਹਦੀ ਜ਼ਿੰਦਗੀ ਵੀ ਠੀਕ ਨਹੀਂ ਸੀ। ਲਿਖਿਆ ਸਭ ਨੇ ਗੁਨਾਹ ਕੀਤਾ ਤੇ ਖੁਦਾ ਦੇ ਜਲਾਲ ਤੋਂ ਮਹਿਰੂਮ ਨੇ। ਸਿਰਫ ਦਰਮਿਆਨੀ ਇੱਕ ਹੀ ਹੋਇਆ ਜਿਹਦੀ ਜ਼ਾਤ ਵਿੱਚ ਗੁਨਾਹ ਨਹੀਂ ਸੀ। ਤੇ ਵੱਡਾ ਦਿਨ ਉਦੋਂ ਹੀ ਬਣਦਾ ਹੈ ਜਦੋਂ ਸਾਡੀ ਜ਼ਿੰਦਗੀ 'ਚ ਉਹ ਵੱਡਾ ਨਜਾਤ ਹੈ, ਵੱਡਾ ਦਰਮਿਆਨੀ ਸਾਡਾ। ਭਾਈ ਸਾਹਿਬ, ਵੱਡੇ ਦਿਨ ਦੇ ਵਿੱਚ ਬਹੁਤ ਸਾਰੇ ਸਾਡੇ ਐਸੇ ਭੈਣ ਭਰਾ ਹੁੰਦੇ ਨੇ ਕਿ ਸ਼ਾਇਦ ਉਹ ਖੁਸ਼ੀਆਂ 'ਚ ਸ਼ਾਮਲ ਨਹੀਂ ਹੋ ਸਕਦੇ ਗੁਰਬਤ ਦੀ ਵਜ੍ਹਾ ਤੋਂ। ਕਿਆ ਸਾਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਬਿਲਕੁਲ। ਦੇਖੋ ਉਹ ਸਾਡੀ ਮੁਹੱਬਤ ਜਿਹੜੀ ਯਿਸੂ ਮਸੀਹ ਨੇ ਸਲੀਬ ਤੇ ਮੁਹੱਬਤ ਦਾ ਇਜ਼ਹਾਰ ਕੀਤਾ, ਖੁਦਾ ਨੇ ਆਪਣੇ ਬੇਟੇ ਨੂੰ ਭੇਜ ਕੇ ਕੀਤਾ। ਤੇ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਜਦੋਂ ਇੱਕ ਦੂਸਰੇ ਨਾਲ ਮੁਹੱਬਤ ਕਰੋਗੇ ਤੇ ਇਹਦੇ ਤੋਂ ਲੋਕੀ ਜਾਣਨਗੇ ਕਿ ਤੁਸੀਂ ਮੇਰੇ ਸ਼ਾਗਿਰਦ ਹੋ। ਤੇ ਸ਼ਾਗਿਰਦ ਹੁੰਦਿਆਂ ਹੋਇਆ, ਯਿਸੂ ਮਸੀਹ ਦੇ ਪੈਰੋਕਾਰ ਹੁੰਦਿਆਂ ਹੋਇਆ, ਸਾਡਾ ਵੀ ਇਹ ਕੰਮ ਹੈ ਕਿ ਉਹਨਾਂ ਲੋਕਾਂ ਦੇ ਨਾਲ ਅਸੀਂ ਆਪਣੀ ਮੁਹੱਬਤ ਦਾ ਇਜ਼ਹਾਰ ਕਰੀਏ। ਜੋ ਕੁਝ ਸਾਡੇ ਕੋਲ, ਯਿਸੂ ਮਸੀਹ ਨੇ ਕਿਹਾ ਕਿ ਤੇਰੇ ਕੋਲ ਇੱਕ ਕੁਰਤਾ ਤੇ ਤੂੰ ਦੂਸਰੇ ਨੂੰ ਦੇ ਦੇ, ਉਹਦੀ ਤਾਲੀਮ ਇਹ ਵੇ। ਤੇ ਅਗਰ ਅਸੀਂ ਸਮਝਨੇ ਆ ਕਿ ਅਸੀਂ ਉਹਦੇ ਪੈਰੋਕਾਰ ਹਾਂ ਔਰ ਉਹਦੀ ਤਾਲੀਮ ਨੂੰ ਅਸੀਂ ਅਮਲ ਕਰ ਰਹੇ ਹਾਂ ਉਹਦੇ ਤੇ ਫਿਰ ਉਹਦੀ ਤਾਲੀਮ ਇਹ ਵੇ ਕਿ ਜਿਹਦੇ ਕੋਲ ਨਹੀਂ ਅਸੀਂ ਉਹਨੂੰ ਦਈਏ, ਜਿਹਦੀ ਜ਼ਰੂਰਤ ਹੈ ਉਹਦੀ ਜ਼ਰੂਰਤ ਪੂਰਾ ਕਰੀਏ। ਤੇ ਫਿਰ ਅਸੀਂ ਇਸ ਕ੍ਰਿਸਮਸ ਨੂੰ ਉਹਨਾਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਔਰ ਸਾਡੀ ਇਸ ਗੱਲ ਦੇ ਨਾਲ ਸ਼ਾਇਦ ਉਹ ਯਿਸੂ ਮਸੀਹ ਨੂੰ ਕਬੂਲ ਵੀ ਕਰ ਲੈਣ। ਨਾਜ਼ਰੀਨ, ਬਹੁਤ ਸਾਰੇ ਸਾਡੇ ਭੈਣ ਭਰਾ ਸਾਡੇ ਇਰਦ ਗਿਰਦ, ਕਈ ਵਾਰੀ ਸਾਡੇ ਨਾਲ ਦੇ ਘਰ ਦੇ ਵਿੱਚ ਹੋ ਸਕਦਾ ਸਾਡੇ ਭੈਣ ਭਰਾ ਦੁੱਖ ਦੀ ਹਾਲਤ ਵਿੱਚ ਹੋਣ, ਪਰੇਸ਼ਾਨੀ ਦੀ ਹਾਲਤ ਵਿੱਚ ਹੋਣ, ਫਾਈਨੈਂਸ਼ੀਅਲੀ ਤੌਰ ਤੇ ਡਾਊਨ ਹੋਣ, ਤੇ ਕਿਆ ਅਸੀਂ ਉਹਨਾਂ ਦਾ ਖਿਆਲ ਨਹੀਂ ਰੱਖ ਸਕਦੇ? ਖੁਦਾ ਦੇ ਕਲਾਮ 'ਚ ਲਿਖਿਆ ਕਿ ਅਗਰ ਤੁਹਾਡੇ ਕੋਲ 2 ਕੁਰਤੇ ਨੇ, ਖੁਦਾ ਦੇ ਖਾਦਮ ਨੇ ਵੀ ਫਰਮਾਇਆ ਕਿ ਵਾਕਈ ਅਗਰ ਸਾਡੀ ਇੰਨੀ ਗੁੰਜਾਇਸ਼ ਹੈ ਕਿ ਅਸੀਂ ਉਹਦੀ ਮਦਦ ਦਾ ਬਾਇਸ ਬਣ ਸਕਨੇ ਆ। ਕਲਾਮ 'ਚ ਲਿਖਿਆ ਜੇ ਕਿ ਜਿਹੜਾ ਨੇਕੀ ਕਰਨਾ ਜਾਣਦਾ ਹੈ ਤੇ ਨਹੀਂ ਕਰਦਾ ਗੁਨਾਹ ਕਰਦਾ, ਤੇ ਉਹ ਗੁਨਾਹ ਕਰਦਾ ਹੈ। ਕਈ ਵਾਰੀ ਅਸੀਂ ਨੇਕੀ ਕਰ ਸਕਨੇ ਆ, ਲੇਕਿਨ ਅਸੀਂ ਕਹਿੰਦੇ ਆ ਉਹ ਨਹੀਂ ਜੀ ਨਹੀਂ, ਇਹ ਤੇ ਹੈ ਹੀ ਇੰਜ ਦੇ ਨੇ, ਇਹਨਾਂ ਨੂੰ ਤੇ ਮੰਗਣ ਦੀ ਆਦਤ ਹੈ। ਹੋ ਸਕਦਾ ਉਹ ਨਾ ਮੰਗਦੇ ਹੋਣ, ਹਾਂ ਸਾਡੀ ਉਹਨਾਂ ਨੂੰ ਜ਼ਰੂਰਤ ਹੋਵੇ, ਤੇ ਅਸੀਂ ਅਗਰ ਇਸ ਖੁਸ਼ੀ ਦੇ ਮੌਕੇ ਤੇ, ਇਸ ਵੱਡੇ ਦਿਨ ਤੇ ਆਪਣੇ ਉਹਨਾਂ ਭੈਣ ਭਰਾਵਾਂ ਦਾ ਖਿਆਲ ਰੱਖਾਂਗੇ ਤੇ ਵਾਕਈ ਸਾਡੀ ਜ਼ਿੰਦਗੀ 'ਚ ਇਹ ਹਕੀਕੀ ਕ੍ਰਿਸਮਸ ਹੋਏਗਾ। ਖੁਦਾਵੰਦ ਤੁਹਾਨੂੰ ਬਰਕਤ ਦੇ। ਨਾਜ਼ਰੀਨ, ਹੁਣ ਵੇਲਾ ਹੋ ਗਿਆ ਅਸੀਂ ਖੁਦਾ ਦੇ ਜ਼ਿੰਦਗੀ ਬਖਸ਼ ਕਲਾਮ ਦੇ ਵਿੱਚੋਂ ਸੁਣੀਏ ਕਲਾਮ ਦੇ ਉਹ ਖੂਬਸੂਰਤ ਸੁੱਚੇ ਮੋਤੀ ਜਿਹੜੇ ਖੁਦਾ ਨੇ ਆਪਣੇ ਖਾਦਮ ਦੀ ਜ਼ਿੰਦਗੀ 'ਚ ਰੱਖੇ ਨੇ ਔਰ ਇਸ ਕਲਾਮ ਦੇ ਵਿੱਚ ਰੱਖੇ ਨੇ, ਉਹਨਾਂ ਨੂੰ ਰਿਸੀਵ ਕਰੀਏ ਤੇ ਬਰਕਤ ਪਾਈਏ। ਆਓ ਫਿਰ ਆਪਣੇ ਸਿਰਾਂ ਨੂੰ ਝੁਕਾਈਏ, ਦੁਆ ਮੰਗੀਏ। ਮੇਰੀ ਦਰਖਾਸਤ ਹੈ ਆਪਣੀਆਂ ਭੈਣਾਂ ਨਾਲ, ਖਾਸ ਤੌਰ ਤੇ ਜਿਹੜਾ ਪ੍ਰੋਗਰਾਮ ਵੇਖਦੀਆਂ ਨੇ ਪਈਆਂ, ਆਪਣੇ ਸਿਰਾਂ ਤੇ ਲੀੜਾ ਲਵੋ, ਆਪਣੇ ਸਿਰਾਂ ਨੂੰ ਝੁਕਾਓ। ਭਾਈਆਂ ਨੂੰ ਵੀ ਦਰਖਾਸਤ ਹੈ, ਬੱਚਿਆਂ ਨੂੰ ਵੀ ਦਰਖਾਸਤ ਹੈ, ਸ਼ੋਰ ਨਹੀਂ ਕਰਨਾ ਔਰ ਇਸ ਕਲਾਮ ਨੂੰ ਸੁਣਨਾ ਹੈ ਤੇ ਬਰਕਤ ਪਾਣੀ ਹੈ। ਆਓ ਅਸੀਂ ਦੁਆ ਮੰਗੀਏ। ਆਸਮਾਨੀ ਪਿਤਾ, ਮੈਂ ਤੇਰਾ ਸ਼ੁਕਰ ਕਰਨਾ ਕਿ ਤੂੰ ਸਾਡਾ ਬਾਪ ਹੈ। ਐ ਬਾਪ, ਤੇਰੇ ਪੁੱਤਰ ਸਾਡੇ ਖੁਦਾਵੰਦ ਯਿਸੂ ਅਲ ਮਸੀਹ ਲਈ ਸ਼ੁਕਰ ਕਰਨੇ ਆ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇਸ ਦੁਨੀਆ ਤੇ ਆਇਆ ਔਰ ਵਾਕਈ ਸਾਡੇ ਲਈ ਨਜਾਤ ਦਹਿੰਦਾ ਬਣਿਆ, ਸਾਡਾ ਦਰਮਿਆਨੀ ਬਣਿਆ, ਜਿਨੇ ਸਾਡਾ ਮਿਲਾਪ ਐ ਬਾਪ ਤੇਰੇ ਨਾਲ ਕੀਤਾ ਤਾਂ ਕਿ ਅਸੀਂ ਜ਼ਿੰਦਗੀ ਪਾਈਏ ਤੇ ਕਸਰਤ ਦੀ ਜ਼ਿੰਦਗੀ ਪਾਈਏ।
ਤੇਰੇ ਖਾਦਮ ਨੂੰ ਤੇਰੇ ਹੱਥ ਵਿੱਚ ਦੇਣਾ। ਐ ਖੁਦਾ ਆਪਣੇ ਖਾਦਮ ਨੂੰ ਕਸਰਤ ਨਾਲ ਇਸਤੇਮਾਲ ਕਰੀ। ਅੱਜ ਉਹ ਜੋ ਕੁਝ ਵੀ ਕਵੇ ਐ ਖੁਦਾ ਤੇਰੇ ਪਾਕ ਕਲਾਮ ਦੇ ਵਿੱਚੋਂ ਬੋਲੇ, ਤੇਰੀ ਮਰਜ਼ੀ ਨਾਲ ਬੋਲੇ, ਤੇਰੇ ਪਾਕ ਰੂਹ ਦੀ ਰਹਿਨਮਾਈ ਨਾਲ ਬੋਲੇ। ਇੱਕ ਇੱਕ ਮੂੰਹ ਦਾ ਅਲਫਾਜ਼ ਆਸਾਨ ਲਫ਼ਾਜ਼ ਹੋ ਜਾਏ, ਸੁਣਨ ਵਾਲੇ ਸਮਝ ਸਕਣ, ਬਰਕਤ ਪਾ ਸਕਣ, ਔਰ ਉਹ ਲੋਕ ਜਿਹੜੇ ਐ ਬਾਪ ਤੇਰੇ ਪੁੱਤਰ ਤੋਂ ਦੂਰ ਨੇ ਉਹਨੂੰ ਕਬੂਲ ਕਰਨ ਤੇ ਤੇਰੀ ਬਾਦਸ਼ਾਹੀ ਦੇ ਵਾਰਿਸ ਬਣ ਸਕਣ। ਸਭ ਕੁਝ ਮੰਗ ਲੈਂਦੇ ਆ ਐ ਬਾਪ ਤੇਰੇ ਪੁੱਤਰ ਸਾਡੇ ਖੁਦਾਵੰਦ ਯਿਸੂ ਅਲ ਮਸੀਹ ਦੇ ਵਸੀਲਾ ਨਾਲ, ਆਮੀਨ। ਤੇ ਆਓ ਨਾਜ਼ਰੀਨ, ਅਸੀਂ ਖੁਦਾ ਦੇ ਖਾਦਮ ਪਾਦਰੀ ਸ਼ਬਾਜ਼ ਬੂਟਾ ਸਾਹਿਬ ਦੇ ਨਾਲ ਮਿਲ ਕੇ ਖੁਦਾ ਦੇ ਕਲਾਮ ਨੂੰ ਸੁਣਨੇ ਆ ਤੇ ਬਰਕਤ ਪਾਉਂਦੇ ਆ। ਆਈਏ ਖੁਦਾ ਦੇ ਕਲਾਮੇ ਮੁਕੱਦਸ ਨੂੰ ਅਸੀਂ ਖੋਲੀਏ ਆਪਣੀ ਰਹਿਨੁਮਾਈ ਦੇ ਲਈ, ਔਰ ਯਸ਼ਵਾ ਦੀ ਕਿਤਾਬ ਦੇ ਵਿੱਚੋਂ ਅਸੀਂ ਪੜ੍ਹਾਂਗੇ। ਯਸ਼ਵਾ 24ਵਾਂ ਬਾਬ ਔਰ ਉਹਦੀ 19ਵੀਂ ਔਰ 20ਵੀਂ ਆਇਤ ਜਿਹੜੀ ਹੈ ਉਹ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਪੜ੍ਹਾਂਗੇ। लिखा है, यशवा ने लोगों से कहा, तुम खुदावंद की प्रस्तश नहीं कर सकते क्योंकि वो पाक खुदा है, वो गयूर खुदा है, वो तुम्हारी खताएं और तुम्हारे गुनाह नहीं बख्शेगा। अगर तुम खुदावंद को छोड़कर अजनबी माबूदों की प्रस्तश करो तो अगरचे वो तुमसे नेकी करता रहा है तो भी वो फिर कर तुमसे बुराई करेगा और तुमको फना कर डालेगा। खुदा दे कलाम दा पढ़िया जाना साडे सारिਆਂ ਲਈ बरकत दा बाइस बने। क्रिसमस दा दौर चल रहा है और इस गल ਨੂੰ ਸਮਝਣਾ ਜਿਹੜਾ ਨਾ ਉਹ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਕ੍ਰਿਸਮਸ ਨੂੰ ਮਨਾ ਸਕਨੇ ਹਾਂ। ਅਸੀਂ ਕੱਪੜੇ ਨਵੇਂ ਲੈ ਲਈਏ, ਜੁੱਤੀਆਂ ਲੈ ਲਈਏ, ਖਾਣੇ ਅੱਛੇ ਤੋਂ ਅੱਛਾ ਖਾ ਲਈਏ, ਬੜੀ ਡੈਕੋਰੇਸ਼ਨ ਕਰ ਲਈਏ, लेकिन जिहड़ा काम असी करना है उन्हों ना करिए तो साडे क्रिसमस का कोई भी फायदा नहीं गा। क्रिसमस का मतलब ये कि मसीह की प्रस्तश करना, उसकी सताइश करना, उन्होंने सजदा करना। ते इत्थे जिहड़ा मैं 2 आयतां पढ़ियां ने, खुदा दा बंदा यशवा जिहड़ा है उन्हें लोगों को कहा कि तुसी खुदा दी प्रस्तश नहीं कर सकते। क्यों नहीं कर सकते? क्योंकि वो पाक खुदा है ते गयूर खुदा है। जिहड़ा शख्स गुनाह करता है वो पाक खुदा दी प्रस्तश ते ओदी सताइश नहीं कर सकता। पाक खुदा दे लई ਉਹਦੀ ਪ੍ਰਸਤਸ਼ ਕਰਨ ਲਈ ਸਾਨੂੰ ਵੀ ਪਾਕ ਬਣਨਾ ਪਏਗਾ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕ੍ਰਿਸਮਸ ਮਨਾਈਏ, ਯਾਨੀ ਮਸੀਹ ਦੀ ਅਸੀਂ ਪ੍ਰਸਤਸ਼ ਕਰੀਏ, ਉਹਦੀ ਸਤਾਇਸ਼ ਕਰੀਏ, ਤੇ ਫਿਰ ਸਾਨੂੰ ਵੀ ਉਹਦੇ ਵਰਗਾ ਪਾਕ ਬਣਨਾ ਪਏਗਾ ਤੇ ਫਿਰ ਅਸੀਂ ਉਹਦੀ ਪ੍ਰਸਤਸ਼ ਕਰ ਸਕਦੇ। ਉਹਨੂੰ ਜਦ ਤੱਕ ਅਸੀਂ ਆਪਣਾ ਖੁਦਾਵੰਦ ਕਬੂਲ ਨਹੀਂ ਕਰਦੇ, ਆਪਣੀਆਂ ਗਲਤੀਆਂ ਖਤਾਵਾਂ ਦਾ ਇਕਰਾਰ ਕਰਕੇ ਮੁਆਫੀ ਨਹੀਂ ਮੰਗਦੇ, ਤਬ ਤੱਕ ਅਸੀਂ ਉਹਦੀ ਪ੍ਰਸਤਸ਼ ਨਹੀਂ ਕਰ ਸਕਦੇ। खुदा पाक है ते खुदा गयूर खुदा है, उहदे वर्गा कोई खुदा है ही नहीं है। और उहदी पाकीज़गी दा तुसी अंदाज़ा इस गल तो ला सकते हो कि बाइबल दे विच लिखिया कि उहदी अख इन्नी पाक है कि वह बदी नूं वेख ही नहीं सकदा। जदों बदी नूं नहीं वेख सकदा ते साडे अंदर जिहड़ी बदी भरी दी है, असीं उहदे नाल उस पाक खुदा दी किस तरह प्रस्तश कर सकने। ये गल नूं समझना बहुत जरूरी है। जिन्हों ते समझ आ जाएगी ना, मैं समझना कि वो अगर जुत्ती नवीं नहीं लेंदा, कपड़े नवे नहीं लेंदा, वो अगर वो यीशु मसीह नूं कबूल करदा, उहदे लई सब तो वड्डी गल ये कि वो क्रिसमस नूं मनावे
ਜਦੋਂ ਯਿਸੂ ਨੂੰ ਆਪਣੀ ਜ਼ਿੰਦਗੀ 'ਚ ਲੈ ਲਵੇਗਾ। ਉਹਦੇ ਲਈ ਸਭ ਤੋਂ ਵੱਡੀ ਗੱਲ ਹੈ। ਤੋ ਯਿਸੂਆ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਖੁਦਾ ਦੀ ਪ੍ਰਸਤਿਸ਼ ਨਹੀਂ ਕਰ ਸਕਦੇ, ਕਿਉਂਕਿ ਖੁਦਾ ਪਾਕ ਹੈ, ਖੁਦਾ ਗਯੂਰ ਹੈ। ਬੈਤ ਸ਼ਮਸ ਦੇ ਜਦੋਂ ਐਦ ਦਾ ਸੰਦੂਕ ਉਹ ਲੈ ਗਏ, ਉੱਥੇ ਬੈਤ ਸ਼ਮਸ ਦੇ ਲੋਕਾਂ ਨੇ ਕੀ ਕੀਤਾ? ਉਹਨਾਂ ਨੇ ਸਿਰਫ ਅਹਿਦ ਦੇ ਸੰਦੂਕ ਦੇ ਅੰਦਰ ਝਾਤੀ ਪਾਈ ਸੀ, ਸਿਰਫ ਵੇਖਿਆ ਹੀ ਸੀ। ਔਰ ਉਹਨਾਂ ਨੇ ਇਸ ਗੱਲ ਦਾ ਇਕਰਾਰ ਕੀਤਾ। ਵਬਾ ਵੀ ਆ ਗਈ, ਮਾਰੇ ਵੀ ਗਏ, 70,000 ਲੋਕ ਮਾਰੇ ਗਏ। ਸਿਰਫ ਪਾਕ ਖੁਦਾ ਦੇ ਵੱਲ ਝਾਤੀ ਪਾਉਣ ਤੋਂ, ਉਹਦੇ ਅਹਿਦ ਦੇ ਸੰਦੂਕ ਦੇ ਅੰਦਰ। ਔਰ ਉਹਨਾਂ ਨੇ ਇਸ ਗੱਲ ਦਾ ਇਕਰਾਰ ਕੀਤਾ। ਪਹਿਲਾ ਸੈਮੂਅਲ 6 ਬਾਬ ਦੀ 20ਵੀਂ ਆਇਤ ਦੇ ਵਿੱਚ ਲਿਖਿਆ, ਬੈਤ ਸ਼ਮਸ ਦੇ ਲੋਕਾਂ ਨੇ ਕਿਹਾ ਨੇ ਕਿਹਦੀ ਮਜਾਲ ਹੈ ਕਿ ਇਸ ਖੁਦਾਵੰਦ ਖੁਦਾਏ ਕਦੂਸ ਦੇ ਅੱਗੇ ਖੜਾ ਵੀ ਹੋ ਸਕੇ। ਇਹ ਪਾਕ ਖੁਦਾ ਹੈ, ਗਯੂਰ ਖੁਦਾ ਹੈ। ਫਰਿਸ਼ਤੇ, ਸਰਾਫੀਮ, ਉਹ ਫਰਿਸ਼ਤੇ ਜਿਹੜੇ ਖੁਦਾ ਦੇ ਹੁਜ਼ੂਰ ਖੜੇ ਰਹਿੰਦੇ ਨੇ, ਉਹ ਵੀ ਖੁਦਾ ਦੀ ਪਾਕੀਜ਼ਗੀ ਦਾ ਇਕਰਾਰ ਕਰਦੇ ਨੇ। ਯਸਾਇਆ 6 ਬਾਬ ਦੀ 3 ਆਇਤ ਦੇ ਵਿੱਚ ਲਿਖਿਆ ਕਿ ਉਹ ਕਦੂਸ 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 ਕਹਿੰਦੇ ਰਹਿੰਦੇ ਨੇ। ਜਦੋਂ ਉਹ ਪਾਕ ਖੁਦਾ ਹੈ ਤੇ ਫਿਰ ਉਹ ਚਾਹੁੰਦਾ ਹੈ ਕਿ ਅਸੀਂ ਵੀ ਪਾਕ ਬਣ ਕੇ ਤੇ ਉਹਦੀ ਇਬਾਦਤ, ਉਹਦੀ ਪ੍ਰਸਤਿਸ਼ ਤੇ ਉਹਦੀ ਸਤਾਇਸ਼ ਕਰੀਏ। ਤੇ ਜੇ ਅਗਰ ਅਸੀਂ ਪਾਕ ਨਹੀਂ ਬਣਦੇ ਤੇ ਫਿਰ ਅਸੀਂ ਪਾਕ ਖੁਦਾ ਦੀ ਪ੍ਰਸਤਿਸ਼ ਵੀ ਨਹੀਂ ਕਰ ਸਕਦੇ। ਯਿਸੂ ਮਸੀਹ ਪਾਕ, ਯਿਸੂ ਮਸੀਹ ਨੇ ਕਿਹਾ ਤੁਹਾਡੇ ਚੋਂ ਕਿਹੜਾ ਜਿਹੜਾ ਮੇਰੇ ਤੇ ਗੁਨਾਹ ਸਾਬਤ ਕਰੇ। ਔਰ ਪਹਿਲਾਂ ਤਾਂ ਉਸਨੇ ਇਹਦਾ ਬਰਮਲਾ ਇਕਰਾਰ ਕੀਤਾ, ਉਹਨੇ ਕਿਹਾ ਮੈਂ ਇਹਦੇ ਵਿੱਚ ਕੋਈ ਵੀ ਗੁਨਾਹ ਨਹੀਂ ਪਾਉਂਦਾ। ਪਾਕ। ਔਰ ਉਹਨੇ ਸਾਡਾ ਫਿਦਿਆ ਦਿੱਤਾ ਪਾਕੀਜ਼ਗੀ ਦੀ ਹਾਲਤ ਦੇ ਵਿੱਚ। ਔਰ ਉਹ ਚਾਹੁੰਦਾ ਹੈ ਕਿ ਅਸੀਂ ਵੀ ਪਾਕ ਬਣੀਏ। ਪੌਲੁਸ ਰਸੂਲ ਤਸਲੀਕਿਓਂ ਦੀ ਕਲੀਸਿਆ ਨੂੰ ਖੱਤ 'ਚ ਲਿਖਦੇ ਹੋਏ ਕਹਿੰਦਾ ਹੈ ਕਿ ਖੁਦਾ ਦੀ ਮਰਜ਼ੀ ਹੈ ਕਿ ਤੁਸੀਂ ਪਾਕ ਬਣੋ। ਤੇ ਅਸੀਂ ਜੇ ਇਹ ਕ੍ਰਿਸਮਸ ਮਨਾਉਣਾ ਚਾਹੁੰਦੇ ਹਾਂ ਤੇ ਉਹਦੇ ਲਈ ਸਾਨੂੰ ਪਾਕ ਬਣਨਾ ਹੈ। ਔਰ ਇਹ ਨਹੀਂ ਹੈ ਕਿ ਉਹਨੇ ਸਿਰਫ ਕਹਿ ਦਿੱਤਾ ਤੇ ਸਾਡੇ ਪਾਕ ਬਣਨ ਦਾ ਉਹਨੇ ਕੰਮ ਹੀ ਨਹੀਂ ਕੀਤਾ। ਅਗਰ ਉਹਨੇ ਕਿਹਾ ਕਿ ਤੁਸੀਂ ਪਾਕ ਬਣੋ ਤਾਂ ਉਹਨੇ ਆਪਣੇ ਬੇਟੇ ਯਿਸੂ ਮਸੀਹ ਨੂੰ ਇਸ ਦੁਨੀਆ 'ਚ ਭੇਜਿਆ, ਜਿਹਨੇ ਮਾਰ ਖਾਧੀ, ਜਿਹਨੇ ਖੂਨ ਬਹਾਇਆ। ਔਰ ਉਹਦੇ ਖੂਨ ਦੇ ਸਬਬ ਨਾਲ ਸਾਡੀ ਹਰ ਤਰ੍ਹਾਂ ਦੀ ਬਦੀ, ਹਰ ਤਰ੍ਹਾਂ ਦੀ ਨਾਪਾਕੀ ਧੁੱਲ ਕੇ ਪਾਕ ਤੇ ਸਾਫ਼ ਹੋ ਜਾਂਦੀ। ਮੁਕੱਦਸ ਯੂਹੰਨਾ ਦੇ ਪਹਿਲੇ ਖੱਤ ਦੇ ਵਿੱਚ ਲਿਖਿਆ ਕਿ ਯਿਸੂ ਦਾ ਖੂਨ ਸਾਨੂੰ ਧੋ ਕੇ ਤੇ ਪਾਕ ਸਾਫ਼ ਕਰ ਦਿੰਦਾ, ਯਾਨੀ ਸਾਨੂੰ ਖੁਦਾ ਬਾਪ ਦੇ ਲਾਇਕ ਬਣਾ ਦਿੰਦਾ ਕਿ ਅਸੀਂ ਪਾਕੀਜ਼ਗੀ ਦੀ ਹਾਲਤ ਦੇ ਅੰਦਰ ਖੁਦਾ ਦੀ ਇਬਾਦਤ ਤੇ ਉਹਦੀ ਪ੍ਰਸਤਿਸ਼ ਤੇ ਉਹਦੀ ਸਤਾਇਸ਼ ਕਰ ਸਕੀਏ। ਅਗਰ ਅਸੀਂ ਇਸ ਗੱਲ ਨੂੰ ਸਮਝ ਗਏ ਤੇ ਫਿਰ ਸਾਨੂੰ ਉਸ ਤਰ੍ਹਾਂ ਕੰਮ ਕਰਨਾ ਹੈ। ਤੇ ਜੇ ਉਸ ਤਰ੍ਹਾਂ ਕੰਮ ਨਹੀਂ ਕਰਾਂਗੇ ਤੇ ਫਿਰ ਸਾਡੇ ਇਹ ਕ੍ਰਿਸਮਸ ਮਨਾਉਣ ਦਾ ਕੋਈ ਵੀ ਫਾਇਦਾ ਨਹੀਂ। ਫਿਰ ਯਿਸੂ ਮਸੀਹ ਦੇ ਇਸ ਦੁਨੀਆ ਦੇ ਵਿੱਚ ਆਉਣ ਦਾ ਉਸ ਸ਼ਖਸ ਲਈ ਕੋਈ ਵੀ ਫਾਇਦਾ ਨਹੀਂ ਜਿਹੜਾ ਉਹਨੂੰ ਕਬੂਲ ਨਹੀਂ ਕਰਦਾ। ਇਸ ਲਈ ਤੁਸੀਂ ਇਹ ਗੱਲ ਨੂੰ ਯਾਦ ਰੱਖੋ, ਜਿਹਦੀ ਅਸੀਂ ਪ੍ਰਸਤਿਸ਼ ਕਰਨੀ ਹੈ ਉਹਨੂੰ ਅਸੀਂ ਆਪਣੇ ਦਿਲਾਂ 'ਚ ਨਹੀਂ ਲੈਂਦੇ। ਉਹਨੂੰ ਦਿਲਾਂ 'ਚ ਲੈਣ ਦੀ ਜ਼ਰੂਰੀ ਹੈ ਕਿ ਅਸੀਂ ਉਸ ਪਾਕ ਨੂੰ ਆਪਣੇ ਅੰਦਰ ਲੈਣ ਲਈ ਪਹਿਲਾਂ ਖੁਦ ਪਾਕ ਬਣੀਏ। ਤੇ ਜਦੋਂ ਅਸੀਂ ਪਾਕ ਬਣਾਂਗੇ ਤੇ ਫਿਰ ਉਹ ਸਾਡੇ ਅੰਦਰ ਆਏਗਾ। ਤੇ ਜਦੋਂ ਸਾਡੇ ਅੰਦਰ ਆਏਗਾ ਫਿਰ ਅਸੀਂ ਉਹਦੀ ਪ੍ਰਸਤਿਸ਼ ਕਰਾਂਗੇ, ਉਹਦੀ ਸਤਾਇਸ਼ ਕਰਾਂਗੇ, ਉਹਨੂੰ ਮੁਬਾਰਕ ਕਵਾਂਗੇ। ਔਰ ਉਹ ਫਿਰ ਸਾਡੀ ਜ਼ਿੰਦਗੀਆਂ ਦੇ ਵਿੱਚ ਆਪਣੀ ਕੁਦਰਤ ਨੂੰ ਜ਼ਾਹਿਰ ਕਰੇਗਾ। ਔਰ ਉਹ ਕੰਮ ਜਿਸ ਕੰਮ ਲਈ ਉਹ ਆਇਆ ਸੀ ਕਿ ਉਹ ਫਿਰ ਜਦੋਂ ਅਸੀਂ ਉਹਨੂੰ ਕਬੂਲ ਕਰਾਂਗੇ ਤੇ ਨਜਾਤ ਪਾ ਜਾਾਂਗੇ। ਤੇ ਯਿਸੂ ਮਸੀਹ ਕਹੇਗਾ ਕਿ ਇਹ ਵੀ ਇਬਰਾਹਿਮ ਦਾ ਬੇਟਾ ਹੈ, ਇਹਨੂੰ ਵੀ ਨਜਾਤ ਦੀ ਜ਼ਰੂਰਤ ਹੈ। ਤੇ ਅੱਜ ਇਸ ਘਰ ਦੇ ਵਿੱਚ ਨਜਾਤ ਆਈ ਹੈ ਕਿਉਂਕਿ ਇਹਨੇ ਯਿਸੂ ਮਸੀਹ ਨੂੰ ਕਬੂਲ ਕਰ ਲਿਆ, ਨੇ ਮੈਨੂੰ ਕਬੂਲ ਕਰ ਲਿਆ। ਸੋ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਸਮਝ ਜਾਈਏ
ਤੇ ਫਿਰ ਅਸੀਂ ਪਾਕ ਬਣ ਕੇ ਤੇ ਪਾਕ ਖੁਦਾ ਦੀ ਪ੍ਰਸਤਸ਼ ਤੇ ਉਹਦੀ ਸਤਾਇਸ਼ ਕਰੀਏ। ਯਾਦ ਰੱਖਣੀ ਵਾਲੀ ਗੱਲ ਇਹ ਵੇ ਕਿ ਜਿਹੜਾ ਸ਼ਖਸ ਗੁਨਾਹ ਦੇ ਵਿੱਚ, ਨਾਪਾਕੀ ਦੇ ਵਿੱਚ, ਉਹ ਖੁਦਾ ਦੀ ਪ੍ਰਸਤਸ਼ ਨਹੀਂ ਕਰ ਸਕਦਾ। ਜ਼ਾਹਿਰੀ ਪਾਕੀਜ਼ਗੀ ਦੀ ਗੱਲ ਨਹੀਂ ਹੈ ਕਿ ਅਸੀਂ ਉੱਤੋਂ ਆਪਣੇ ਆਪ ਨੂੰ ਕਹੀਏ ਕਿ ਅਸੀਂ ਨਹਾ ਧੋ ਕੇ ਗਏ ਕਿ ਪਾਕ ਸਾਫ ਹੋ ਗਏ। ਜਦ ਤੱਕ ਅੰਦਰੋਂ ਅਸੀਂ ਪਾਕ ਨਹੀਂ ਬਣਦੇ। ਯਿਸੂ ਮਸੀਹ ਨੇ ਕਿਹਾ ਇਹ ਰਿਆਕਾਰ ਫਕੀਓ ਔਰ ਫਰੀਸੀਓ, ਤੁਸੀਂ ਭਾਂਡਿਆਂ ਨੂੰ ਬਾਹਰੋਂ ਤੇ ਸਾਫ਼ ਕਰ ਦਿਓ ਤੇ ਅੰਦਰ ਉਂਝ ਹੀ। ਫਿਰ ਉਹਨੇ ਕਿਹਾ ਰਿਆਕਾਰ ਫਕੀਓ ਫਰੀਸੀਓ, ਤੁਸੀਂ ਸਫੇਦੀ ਪੀਰੀ ਹੋਈ ਕਬਰਾਂ ਉੱਤੋਂ ਬੜੀ ਟਿਪ ਟਾਪ ਕਰ ਦਿਓ ਤੇ ਅੰਦਰ ਗੰਦਗੀ ਭਰੀ ਦੀ ਹੈ। ਇਸ ਲਈ ਯਿਸੂ ਮਸੀਹ ਨੇ ਖੁਦ ਇਹ ਤਾਲੀਮ ਦਿੱਤੀ ਹੈ ਤੇ ਸਾਨੂੰ ਇਸ ਤਾਲੀਮ ਨੂੰ ਕਬੂਲ ਕਰਨਾ ਹੈ। ਤੇ ਅਸੀਂ ਜ਼ਾਹਿਰੀ ਪਾਕੀਜ਼ਗੀ ਦੇ ਨਾਲ ਨਾਲ ਅੰਦਰ ਦੀ ਬਾਤਨ ਦੀ ਪਾਕੀਜ਼ਗੀ ਵੀ ਲੈਣੀ ਹੈ। ਔਰ ਉਹ ਪਾਕੀਜ਼ਗੀ ਜਿਹੜੀ ਹੈ ਯਿਸੂ ਮਸੀਹ ਨੂੰ ਖੁਦਾਵੰਦ ਕਬੂਲ ਕਰਨ ਦੇ ਸਬਬ ਨਾਲ ਉਹ ਪਾਕੀਜ਼ਗੀ ਸਾਨੂੰ ਹਾਸਲ ਹੋਏਗੀ, ਕਿਉਂਕਿ ਜਦੋਂ ਅਸੀਂ ਉਹਨੂੰ ਖੁਦਾਵੰਦ ਕਬੂਲ ਕਰ ਲਾਂਗੇ ਤਾਂ ਯਿਸੂ ਦਾ ਖੂਨ ਸਾਨੂੰ ਧੋ ਕੇ ਪਾਕ ਤੇ ਸਾਫ਼ ਕਰ ਦੇਗਾ, ਅੰਦਰੋਂ ਵੀ ਤੇ ਬਾਹਰੋਂ ਵੀ। ਤੇ ਫਿਰ ਅਸੀਂ ਉਹਦੀ ਪ੍ਰਸਤਸ਼ ਕਰਾਂਗੇ ਤੇ ਫਿਰ ਜਦੋਂ ਉਹਦੀ ਅਸੀਂ ਪ੍ਰਸਤਸ਼ ਕਰਾਂਗੇ ਤੇ ਫਿਰ ਉਹ ਆਪਣੇ ਤਖਤ ਨੂੰ ਸਾਡੀ ਪ੍ਰਸਤਸ਼ ਤੇ ਲਾਏਗਾ। ਜ਼ਬੂਰ 22 ਦੇ ਵਿੱਚ ਲਿਖਿਆ ਕਿ ਉਹ ਇਸਰਾਈਲ ਦੀ ਹਮਦੋ ਸਨਾ ਤੇ ਤਖਤ ਨਸ਼ੀਨ ਹੁੰਦਾ। ਲਿਖਿਆ ਜਿਹੜੇ ਕਈ ਮਜੂਸੀ ਆਏ, ਉਹਨਾਂ ਨੇ ਪਹਿਲਾਂ ਯਿਸੂ ਮਸੀਹ ਦਾ ਜਿਹੜਾ ਸਿਤਾਰਾ ਵੇਖਿਆ ਸੀ ਨਾ, ਉਹਨਾਂ ਨੇ ਉਹਨੂੰ ਕਬੂਲ ਵੀ ਕਰ ਲਿਆ ਸੀ। ਉਸ ਬਾਦਸ਼ਾਹ ਨੂੰ ਬਾਦਸ਼ਾਹ ਕਬੂਲ ਵੀ ਕਰ ਲਿਆ ਸੀ। ਔਰ ਉਹਨਾਂ ਕਿਹਾ ਸੀ, ਜਾ ਕੇ ਬਾਦਸ਼ਾਹ ਦੇ ਕੋਲ ਜਾ ਕੇ ਉਹਨਾਂ ਕਿਹਾ ਸੀ ਕਿ ਅਸੀਂ ਇੱਕ ਸਿਤਾਰਾ ਵੇਖ ਕੇ ਆਏ, ਇੱਕ ਬਾਦਸ਼ਾਹ ਪੈਦਾ ਹੋਇਆ ਤੇ ਅਸੀਂ ਉਸ ਬਾਦਸ਼ਾਹ ਨੂੰ ਸਜਦਾ ਕਰਨ ਆਏ ਹਾਂ। ਤੇ ਜਦ ਤੱਕ ਉਹਨਾਂ ਨੇ ਉਸ ਬਾਦਸ਼ਾਹ ਨੂੰ ਕਬੂਲ ਨਹੀਂ ਕੀਤਾ ਤਦ ਤੱਕ ਉਹ ਸਜਦਾ ਨਹੀਂ ਕਰ ਸਕਦੇ। ਤੇ ਜਦੋਂ ਉਹਨਾਂ ਨੇ ਬਾਦਸ਼ਾਹ ਨੂੰ ਕਬੂਲ ਕਰ ਲਿਆ ਤੇ ਲਿਖਿਆ ਕਿ ਫਿਰ ਉਹ ਗਏ ਤੇ ਉੱਥੇ ਜਾ ਕੇ ਤੇ ਉਹਨਾਂ ਨੇ ਲਿਖਿਆ ਕਿ ਆਪਣੇ ਹਦੀਏ ਜਿਹੜੇ ਨੇ ਉਹ ਮੁਕੱਦਸ ਮੱਤੀ ਰਸੂਲ ਦੀ ਮਾਰਫਤ ਲਿਖਾਈ ਹੋਈ ਯਿਸੂ ਮਸੀਹ ਦੀ ਅੰਜੀਲ, ਉਹਦਾ 2 ਬਾਬ लिखा और उसकी 11वीं आयत, और उस घर में पहुंचकर बच्चे को उसकी माँ मरियम के पास देखा और उसके आगे गिरकर सजदा किया और अपने डब्बे खोलकर सोना और लुबान और मोर उसको नजर किया। अगर असी ਉਹਨੂੰ ਕਬੂਲ ਨਹੀਂ ਕਰਦੇ ਤੇ ਅਸੀਂ ਉਹਨੂੰ ਸਜਦਾ ਨਹੀਂ ਕਰ ਸਕਦੇ, ਉਹਦੀ ਪ੍ਰਸਤਸ਼ ਨਹੀਂ ਕਰ ਸਕਦੇ, ਉਹਦੀ ਸਤਾਇਸ਼ ਨਹੀਂ ਕਰ ਸਕਦੇ। ਉਹਨੂੰ ਸਜਦਾ ਕਰਨ ਲਈ, ਉਹਦੀ ਪ੍ਰਸਤਸ਼ ਕਰਨ ਲਈ ਜ਼ਰੂਰੀ ਹੈ ਕਿ ਪਹਿਲਾਂ ਉਹਨੂੰ ਅਸੀਂ ਕਬੂਲ ਕਰੀਏ ਤਾਂ ਕਿ ਅਸੀਂ ਪਾਕ ਬਣੀਏ, ਫਿਰ ਅਸੀਂ ਪਾਕ ਖੁਦਾ ਦੀ ਪ੍ਰਸਤਸ਼ ਕਰ ਸਕਦੇ ਹਾਂ। ਇਹਨਾਂ ਮਜੂਸੀਆਂ ਨੇ ਪਹਿਲਾਂ ਉਹਨੂੰ ਕਬੂਲ ਕੀਤਾ ਸੀ, ਕਬੂਲ ਕਰ ਲਿਆ ਤੇ ਫਿਰ ਜਾ ਕੇ ਲਿਖਿਆ ਉਹਨਾਂ ਨੇ ਸਜਦਾ ਕੀਤਾ, ਵਰਸ਼ਿਪ ਕੀਤੀ, ਉਹਦੀ ਪ੍ਰਸਤੁਸ਼ ਕੀਤੀ ਤੇ ਫਿਰ ਉਹਨਾਂ ਨੇ ਆਪਣੇ ਡੱਬੇ ਖੋਲ ਕੇ ਸੋਨਾ, ਲੁਬਾਨ ਤੇ ਮੋਹਰ ਜਿਹੜਾ ਉਹ ਨਜ਼ਰ ਕੀਤਾ। ਤੇ ਉਂਝ ਅਗਰ ਅਸੀਂ ਜੋ ਮਰਜ਼ੀ ਕਰਦੇ ਰਹੇ, ਰੁਪਏ ਪੈਸੇ ਅਸੀਂ ਖਰਚ ਕਰਦੇ ਰਹੀਏ, ਜਾਂ ਉਹਦਾ ਕੋਈ ਵੀ ਸਾਨੂੰ ਫਾਇਦਾ ਨਹੀਂ ਪਹੁੰਚ ਸਕਦਾ। ਫਾਇਦਾ ਉਦੋਂ ਹੋਏਗਾ ਜਦੋਂ ਪਹਿਲਾਂ ਅਸੀਂ ਯਿਸੂ ਮਸੀਹ ਨੂੰ ਆਪਣਾ ਖੁਦਾਵੰਦ ਕਬੂਲ ਕਰਾਂਗੇ, ਆਪਣੀ ਗਲਤੀਆਂ ਖਤਾਵਾਂ ਦਾ ਇਕਰਾਰ ਕਰਕੇ ਉਹਨੂੰ ਆਪਣਾ ਖੁਦਾਵੰਦ ਕਬੂਲ ਕਰਕੇ ਤੇ ਕਹਾਂਗੇ ਕਿ ਅੱਜ ਤੋਂ ਬਾਅਦ ਇਹ ਮੇਰੀ ਜ਼ਿੰਦਗੀ ਤੇਰੇ ਲਈ ਹੈ, ਤੇ ਫਿਰ ਉਹ ਪਾਕੀਜ਼ਗੀ ਜਿਹੜੀ ਹੈ ਸਾਨੂੰ ਹਾਸਲ ਹੋਏਗੀ ਤੇ ਫਿਰ ਅਸੀਂ ਪਾਕ ਬਣ ਕੇ ਪਾਕ ਖੁਦਾ ਦੀ ਪ੍ਰਸਤਸ਼ ਕਰਾਂਗੇ। ਔਰ ਫਿਰ ਉਹ ਸਾਡੀ ਨਜ਼ਰ ਜਿਹੜੀ ਅਸੀਂ ਉਹਦੇ ਹਜ਼ੂਰ ਪੇਸ਼ ਕਰਨੀ ਹੈ, ਉਹ ਵੀ ਬਖੂਰ ਦੀ ਮਾਨਤ ਖੁਦਾ ਦੇ ਹਜ਼ੂਰ ਪਹੁੰਚੇਗੀ ਔਰ ਉਹਦੇ ਬਦਲੇ ਖੁਦਾ ਸਾਨੂੰ ਬਰਕਤਾਂ ਤੇ ਨੇਮਤਾਂ ਦਿੰਦਾ ਰਹੇਗਾ। ਸੋ ਅਗਰ ਇਹ ਕ੍ਰਿਸਮਸ ਨੂੰ ਤੁਸੀਂ ਮਨਾਉਣਾ ਚਾਹੁੰਦੇ ਹੋ ਤੇ ਇਹ ਯਾਦ ਰੱਖੋ ਕਿ ਉਹ ਪਾਕ ਹੈ, ਔਰ ਉਸ ਪਾਕ ਦੀ ਪ੍ਰਸਤਸ਼ ਕਰਨ ਲਈ ਸਾਨੂੰ ਵੀ ਪਾਕ ਬਣਨਾ ਪਏਗਾ। ਔਰ ਪਾਕ ਅਸੀਂ ਕਿਸ ਤਰ੍ਹਾਂ ਬਣਨਾ ਹੈ? ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਕੇ, ਸੱਚੇ ਦਿਲ ਨਾਲ ਤੋਬਾ ਕਰਕੇ, ਯਿਸੂ ਮਸੀਹ ਨੂੰ ਆਪਣਾ ਖੁਦਾਵੰਦ ਕਬੂਲ ਕਰਕੇ ਤੇ ਅਸੀਂ ਪਾਕ ਬਣ ਸਕਨੇ ਆ। ਤੇ ਫਿਰ ਜਦੋਂ ਪਾਕ ਬਣਾਂਗੇ ਤੇ ਫਿਰ ਅਸੀਂ ਪਾਕ ਖੁਦਾ ਦੀ ਪ੍ਰਸਤਸ਼ ਕਰਾਂਗੇ,
ਫਿਰ ਆਪਣੇ ਹਦੀਏ ਨਜ਼ਰਾਨੇ ਉਹਦੇ ਹਜ਼ੂਰ ਪੇਸ਼ ਕਰਾਂਗੇ ਔਰ ਉਹਨਾਂ ਨੂੰ ਕਬੂਲ ਵੀ ਕਰੇਗਾ ਔਰ ਸਾਨੂੰ, ਸਾਡੇ ਖਾਨਦਾਨਾਂ ਨੂੰ, ਕਲੀਸਿਆਵਾਂ ਨੂੰ ਖੁਦਾ ਬਰਕਤ ਵੀ ਦੇਵੇਗਾ ਔਰ ਫਿਰ ਸਾਡੇ ਵਸੀਲੇ ਨਾਲ ਉਹਦਾ ਜਲਾਲ ਵੀ ਜ਼ਾਹਿਰ ਹੁੰਦਾ ਰਹੇਗਾ। ਖੁਦਾ ਤੁਹਾਨੂੰ ਸਾਰਿਆਂ ਨੂੰ ਇਸ ਕਲਾਮ ਦੇ ਵਸੀਲੇ ਬਰਕਤ ਦੇ ਔਰ ਤੌਫੀਕ ਦੇਵੇ ਕਿ ਤੁਸੀਂ ਇਸ ਕਲਾਮ ਦੇ ਮੁਤਾਬਕ ਇਸ ਆਉਣ ਵਾਲੇ ਕ੍ਰਿਸਮਸ ਨੂੰ ਮਨਾ ਸਕੋ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇ। ਆਮੀਨ। شکریہ۔ آئیے دعا کریے۔ خدائے قدوس بیروبر کے خالق اور مالک، تیرے بیٹے اپنے خداوند یسوع مسیح دے نام نال تیری حضوری چ آ کے اپنے سراں نو تیرے اگے چکانے ہاں، تینوں مبارک کہنے ہاں، تیری پرستش کرنے ہاں، شکر گزار ہاں کہ تو ساڈے تے رحم کیتا، فضل کیتا اور اپنے بیٹے یسوع مسیح دے وسیلہ نال او دے تے ایمان لیاون نال تو سانو نجات بخش دیتی ہے۔ خدا باپ، میں تیرا شکر ادا کرنا، تیری تعریف تے تیری تمجید کرنا، اور جننے بھی بھیناں بھراواں بیٹیاں بیٹیاں نے تیرے کلام نو سنیا ہے، میں دعا کرنا اپنے کلام دی انہاں نو سمجھ بھی دے تاکہ اس کرسمس نو تیرے کلام دے مطابق منا سکن۔ پہلا توبہ کر کے اپنے گناہاں دا اقرار کر کے یسوع مسیح نو اپنا خداوند قبول کر کے پاک بنن، تے پھر تو جو پاک خدا ہے تیری پرستش کرن، تیری ستائش کرن، اور تو انہاں دی زندگیاں تو خوش ہوئے، اور او تیرا کام جڑا تو اس دنیا لی کرنا چاہنا ہے، کیونکہ تو کسے دی ہلاکت نہیں چاہتا، تو یہ چاہنا ہے کہ ہر ایک دی توبہ تک نوبت پہنچے، او کام بھی اے باپ پورا ہوئے اور لوگ نجات پا سکن۔ میں دعا کرنا اپنے لوکاں نو سمجھ دے تاکہ سمجھداری دے نال اے خداوند اپنی زندگیاں بسر کرن اور پاک بن کے تو جو پاک خدا ہے تیری پرستش کرن، تیری ستائش کرن۔ اے خداوند میں دل نال تیری شکر گزاری کرنا اس ٹیم لئی، سچے موتی دی ٹیم لئی، سارے پروگرام لئی، پاسٹر پرویز صادق لئی، انہاں دے کیمرہ مین دے لئی شکر گزار ہاں جنہاں نے بڑی محنت کر کے اس پروگرام نو ترتیب دیتا۔ میں انہاں لئی برکت چاہنا، انہاں دے خانداناں لئی برکت چاہنا، اور دعا کرنا کہ اس سچے موتی جتھے جتھے بھی جان لوگ انہاں دے وسیلے دے نال برکت پان۔ اور اے خداوند میں شکر گزار ہاں ملک پاکستان دے لئی جدے وچ تو سانو رکھیا ہے۔ میں پاکستان لئی برکت دی دعا منگنا، آਉਣ والے کرسمس دے دناں دے وچ ایتھے ملک دے وچ امن رہے، سلامتی رہے، حکمراناں لئی برکت دی دعا منگنا۔ رحم کر، ساڈی دعا نو سن۔ یہ دعا اسی تیرے بیٹے اپنے خداوند یسوع مسیح دے نام تے منگنے ہاں، آمین۔ جی ناظرین، اساں خدا دا کلام سنیا۔ خدا دے خادم نے بڑی خوبصورتی نال، بڑے ہی آسان الفاظ دے نال خدا دے کلام نو بیان کیتا۔ منوں تے بہت برکت ملی ہے، اور ناظرین تہانوں بھی سارے بھین بھراواں نوں بہت برکت ملی ہوئے گی، اور میرا ایمان ہے کہ اس کلام دے وسیلہ نال تسی بہت ساری زندگیاں نوں بچان دا وسیلہ بھی بنو گے۔ تے اج دے کلام دے وچ جڑی خاص گل اساں سکھی ہے وہ یہ وے کہ اساں اپنے آپ نو پاک صاف کرنا ہے۔ اس وڈے دن تے اپنی زندگی نو پاک صاف کر کے خدا دی پرستش کرنی ہے، تے پھر ساری زندگی دے وچ بہت ساریاں برکتاں خدا لے کے آئے گا اور سانو دے گا، اور اسی پھر اسی طرح ترقی کرتے جاواں گے۔ بھائی صاحب تہاڈا بہت شکریہ، تسی ساڈے پروگرام دے وچ آئے اور تہاڈے وسیلہ نال اسی بہت برکت پائی۔ خداوند تہانوں اپنے جلال واسطے کثرت دے نال استعمال کردا رہے۔ تے ناظرین ہن ویلا ہو گیا تہاڈے کولوں اجازت چاہن دا، تے میں پھر ایک نویں شہر دے وچ ایک نویں خادم دے نال، تہاڈے ہی گرجے دے خادم دے نال ایک نویں پروگرام سچے موتی دے نال تہاڈی خدمت وچ پیش ہوواں گا۔ اس ویلے تک اپنے خادم پادری پرویز صادق نو اجازت دو۔ اپنا خیال رکھو اور پروگرام ویندے رہو۔ سچے موتی۔ خداوند تہانوں برکت دے۔